वाहिगुरू जी का खालसा वाहिगुरू जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ मेरे ਮਨਿੰਦਰ कौर ਵੱਲੋਂ प्यार भरी सत श्री अकाल। किताब खालिस्तान उसका संकल्प ਅਤੇ ਪ੍ਰਣਾਲੀ भाग 10वां पन्ना नंबर 267। ਹੁਣ ਸਵਾਲ ਇਹ ਉੱਠਦਾ ਹੈ ਕਿ ਜਦੋਂ ਪੋਥੀ ਦੇ ਨਕਸ਼ ਨੁਹਾਰ ਲਿਖਣੇ ਆਰੰਭ ਹੋਏ ਕਿ ਉਦੋਂ ਹੀ ਇਹ ਗੁਰੂ ਪਦਵੀ ਗ੍ਰਹਿਣ ਕਰ ਗਿਆ ਸੀ, ਜਾਂ ਕਿ ਉਸ ਵੇਲੇ ਜਦੋਂ ਦਰਬਾਰ ਸਾਹਿਬ ਵਿੱਚ ਪੋਥੀ ਦਾ ਪ੍ਰਕਾਸ਼ ਕੀਤਾ ਗਿਆ ਤੇ ਸਿੱਖਾਂ ਨੂੰ ਸ਼ਬਦ ਗੁਰੂ ਨੂੰ ਅਪਣਾਉਣ ਅਤੇ ਧਾਰਨ ਕਰਨ ਹਿੱਤ ਤਿਆਰ ਕਰਨ ਲਈ ਮੁੱਢਲੀ ਤਿਆਰੀ ਪ੍ਰਬੰਧ ਵਜੋਂ ਦਰਬਾਰ ਸਾਹਿਬ ਵਿੱਚ ਸੁਸ਼ੋਭਿਤ ਕੀਤਾ ਗਿਆ, ਉਸ ਵੇਲੇ ਇਹ ਗੁਰੂ ਗ੍ਰੰਥ ਸਾਹਿਬ ਜੀ ਸਨ। ਗੁਰਗੱਦੀ ਦਿਵਸ ਦਾ ਫੈਸਲਾ ਤਾਂ ਇਹਨਾਂ ਸਵਾਲਾਂ ਦੇ ਜਵਾਬ ਤੋਂ ਬਾਅਦ ਹੀ ਸੰਭਵ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਾ 400 ਸਾਲਾ ਸਥਾਪਨਾ ਦਿਵਸ ਦੇ ਰੂਪ ਵਿੱਚ ਤਾਂ ਅਸੀਂ ਮਨਾ ਹੀ ਚੁੱਕੇ ਹਾਂ। ਗਲਤੀ ਮੰਨਣ ਦੀ ਅਤੇ ਉਸ ਨੂੰ ਸੁਧਾਰਨ ਦੀ ਬਜਾਏ ਗਲਤੀ ਨੂੰ ਵੀ ਸਹੀ ਸਥਾਪਿਤ ਕਰਵਾਉਣ ਹਿੱਤ ਦਿੱਤੀਆਂ ਜਾਂਦੀਆਂ ਥੋਥੀਆਂ ਦਲੀਲਾਂ ਬੇਮਾਨੇ ਹਨ, ਕਿਉਂਕਿ ਸ਼ਬਦ ਗੁਰੂ ਦਾ ਪਹਿਲਾ ਪ੍ਰਕਾਸ਼ ਤਾਂ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਆਪ ਹੀ ਕਰ ਦਿੱਤਾ ਸੀ। ਸ਼ਬਦ ਗੁਰੂ ਰਾਹੀਂ ਸਿੱਧ ਗੋਸ਼ਟ ਵਿੱਚ ਸਿੱਧਾਂ ਨੂੰ ਦਿੱਤਾ ਗੁਰੂ ਸਾਹਿਬ ਦਾ ਸਪਸ਼ਟ ਜਵਾਬ ਇਸ ਦੀ ਗਵਾਹੀ ਭਰਦਾ ਹੈ। ਸਿੱਧਾਂ ਨੇ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ, ਤੇਰਾ ਕਵਣ ਗੁਰੂ ਜਿਸਕਾ ਤੂੰ ਚੇਲਾ। ਗੁਰੂ ਨਾਨਕ ਸਾਹਿਬ ਜੀ ਨੇ ਜਵਾਬ ਦਿੱਤਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਸ ਦੇ ਬਾਵਜੂਦ 239 ਸਾਲਾਂ ਗੁਰੂ ਪਰੰਪਰਾ ਵਿੱਚ ਗੁਰਿਆਈ ਸਰੀਰ ਰੂਪ ਵਿੱਚ ਗੁਰੂ ਮਹਾਰਾਜ ਆਪ ਹੀ ਕਰਦੇ ਆਏ ਹਨ, ਜਾਂ ਤਾਂ ਸਮੁੱਚਾ ਸਿੱਖ ਜਗਤ, ਸਿੱਖਾਂ ਦੀਆਂ ਸੰਸਥਾਵਾਂ, ਦਲ, ਬੁੱਧੀਜੀਵੀ ਲਿਖਾਰੀ ਅਤੇ ਤਖਤ ਸਾਹਿਬਾਨ ਸੰਨ 2004 ਵਿੱਚ 400 ਸਾਲਾਂ ਮਨਾਉਣ ਵੇਲੇ ਗਲਤ ਸਨ, ਜਾਂ ਫਿਰ ਹੁਣ 4 ਸਾਲ ਬਾਅਦ 2008 ਵਿੱਚ 300 ਸਾਲਾਂ ਮਨਾਉਣ ਵੇਲੇ ਗਲਤ ਹਨ। ਮੈਂ ਇਹ ਸਵਾਲ 400 ਸਾਲਾਂ ਮਨਾਉਣ ਵਾਲੀ ਕਮੇਟੀ ਨੂੰ ਵੀ ਲਿਖ ਕੇ ਭੇਜਿਆ ਸੀ ਅਤੇ ਉਦੋਂ ਕਈ ਸਟੇਜਾਂ ਤੇ ਚੁੱਕਿਆ ਵੀ ਸੀ, ਪਰ ਕਿਉਂਕਿ ਸਿੱਖ ਮਾਨਸਿਕਤਾ ਦੀ ਗੁਲਾਮ ਬਣ ਚੁੱਕੀ ਬੁੱਧੀ ਹਮੇਸ਼ਾ ਹੀ ਹੁਣ ਵਿਪਰਨ ਕੀ ਰੀਤ ਵੱਲੋਂ ਸਥਾਪਿਤ ਕੀਤੀ ਜਾ ਚੁੱਕੀ ਲੀਡਰਸ਼ਿਪ ਵੱਲੋਂ ਵੱਡੇ ਵੱਡੇ ਇਸ਼ਤਿਹਾਰ ਅਤੇ ਰੌਲਾ ਰੱਪਾ ਪਾ ਕੇ ਮੰਦ ਬੁੱਧੀ ਦਾ ਢੋਲ ਵਜਾਉਂਦੇ ਹੋਏ ਪੰਥ ਦੇ ਸਿਰ ਵਿੱਚ ਧੂੜ ਅਤੇ ਖੇਹ ਪਵਾਉਣ ਹਿੱਤ ਭਜਾਏ ਗਏ ਟੱਟੂਆਂ ਨਾਲ ਹੀ ਉਸੇ ਦੌੜ ਵਿੱਚ ਸ਼ਾਮਲ ਹੋਣ ਨੂੰ ਆਪਣਾ ਵਡਭਾਗ ਸਮਝਦੀ ਹੈ ਤੇ ਇੰਜ ਵਿਪਰਨ ਤੇ ਨਾਲ ਹੀ ਦੁਸ਼ਮਣ ਵੱਲੋਂ ਉਡਾਈ ਗਈ ਧੂੜ ਵਿੱਚ ਹੀ ਆਪਣੇ ਨਿੱਜ ਸਵਾਰਥਾਂ ਦਾ ਟੱਟੂ ਭਜਾਈ ਫਿਰਦੀ ਹੈ। ਇਸ ਲਈ ਇੱਥੇ ਅਕਾਲ ਅਤੇ ਸੂਝ ਦੀ ਗੱਲ, ਸਿਧਾਂਤ ਅਤੇ ਗੁਰਮਤ ਦੀ ਗੱਲ, ਨਾਨਕਸ਼ਾਹੀ ਖਾਲਿਸਤਾਈ ਪ੍ਰਣਾਲੀ ਦੇ ਖਾਲਿਸਤਾਨੀ ਸੱਭਿਅਤਾ ਅਤੇ ਸੱਭਿਆਚਾਰ ਦੀ ਗੱਲ ਅਤੇ ਆਪਣੇ ਹੀ ਖਾਲਿਸਤਾਨੀ ਰੋਲ ਮਾਡਲ ਨੂੰ ਪ੍ਰਗਟ ਕਰਕੇ ਉਸ ਵਿੱਚ ਹਰ ਸਿੱਖ ਵੱਲੋਂ ਆਪਣਾ ਨਿੱਜੀ ਕਾਰ ਵਿਹਾਰ ਆਰੰਭ ਕਰਨ ਦੀ ਗੱਲ ਕੋਈ ਸੁਣਨਾ ਹੀ ਨਹੀਂ ਚਾਹੁੰਦਾ। ਇਸ ਅਸਲ ਗੁਰਮਤ ਦੇ ਨਿਸ਼ਾਨੇ ਨੂੰ ਅੱਜ ਕੱਲ੍ਹ ਸਿੱਖੀ ਵਿੱਚ ਬੇਮਾਨੇ ਬਣਾ ਦਿੱਤਾ ਗਿਆ ਹੈ। ਇਸ ਵਿੱਚ ਸਿੱਖ ਮੀਡੀਆ ਅਤੇ ਸਿੱਖ ਲਿਖਾਰੀ ਵੀ ਉਤਨੇ ਹੀ ਦੋਸ਼ੀ ਹਨ ਜਿਤਨੇ ਸਿੱਖ ਧਾਰਮਿਕ ਅਤੇ ਸਿਆਸੀ ਆਗੂ, ਸੰਸਥਾਵਾਂ ਅਤੇ ਤਖਤ ਦੋਸ਼ੀ ਹਨ। ਸਭ ਤੋਂ ਵੱਡਾ ਦੋਸ਼ ਉਹਨਾਂ ਸਿੱਖਾਂ ਦਾ ਹੈ ਜੋ ਸਭ ਸਮਝਦੇ ਹਨ ਪਰ ਘਰੇ ਬੈਠੇ ਹੀ ਚਾਹਤ ਰੱਖਦੇ ਹਨ ਕਿ ਬਿਨਾਂ ਕੁਝ ਉਹਨਾਂ ਵੱਲੋਂ ਕੀਤੇ ਹੀ ਸਭ ਠੀਕ ਹੋ ਜਾਵੇ ਤੇ ਉਹਨਾਂ ਨੂੰ ਕਰਨਾ ਕੁਝ ਵੀ ਪਵੇ, ਪਰ ਸਿਆਣਪ ਦਾ ਸਿਹਰਾ ਉਹਨਾਂ ਦੇ ਸਿਰ ਤੇ ਜ਼ਰੂਰ ਸੱਜ ਜਾਵੇ। ਇਸ ਜਮਾਤ ਨੂੰ ਹੁਣ ਕੌਮ ਸੰਭਾਲਣ ਲਈ ਗਲੀਆਂ ਵਿੱਚ ਨਿੱਤਰਨਾ ਹੀ ਪੈਣਾ ਹੈ। ਇਹ ਸਿੱਖਾਂ ਦੀ ਸਮੂਹਿਕ ਅਸੂਝ ਮੰਨੀ ਜਾਵੇ ਜਾਂ ਦਿਮਾਗੀ ਦਿਵਾਲੀਆਪਨ, ਇਸ ਦਾ ਫੈਸਲਾ ਤਾਂ ਹੁਣ ਸਿੱਖਾਂ ਨੂੰ ਖੁਦ ਸਿਰ ਜੋੜ ਕੇ ਕਰ ਲੈਣਾ ਚਾਹੀਦਾ ਹੈ। ਪਰ ਇੱਕ ਗੱਲ ਯਕੀਨੀ ਹੈ ਕਿ ਸਮੁੱਚੀ ਦੁਨੀਆ ਦਾ ਆਵਾਮ ਇਸ ਗੱਲ ਤੇ ਹੱਸ ਰਿਹਾ ਹੈ ਕਿ ਇਹ ਕਿਹੋ ਜਿਹਾ ਸਮਾਜ ਹੈ ਜਿਹੜਾ 2004 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦ ਗੁਰੂ ਦੀ ਗੁਰਿਆਈ ਦੀ ਸਥਾਪਨਾ ਦੀ 400 ਸਾਲਾ ਸ਼ਤਾਬਦੀ ਮਨਾ ਕੇ ਹਟਿਆ ਹੈ ਤੇ 4 ਸਾਲਾਂ ਬਾਅਦ ਹੀ ਇਤਿਹਾਸ ਨੂੰ ਪੁੱਠਾ ਗੇੜਾ ਦੇ ਕੇ ਹੁਣ 300 ਸਾਲਾ ਗੁਰਤਾ ਗੱਦੀ ਦੀ ਸ਼ਤਾਬਦੀ ਮਨਾਉਣ ਲੱਗ ਪਿਆ ਹੈ। ਜੇ ਗੁਰੂ ਗ੍ਰੰਥ ਸਾਹਿਬ ਜੀ ਇੱਕੋ ਹੈ ਤਾਂ ਫਿਰ 4 ਸਾਲ ਪਹਿਲਾਂ ਗੁਰੂ ਦੇ ਪਹਿਲੇ ਪ੍ਰਕਾਸ਼ ਦੀ ਸਥਾਪਤੀ ਕਿਵੇਂ ਹੋ ਗਈ? ਪਤਾ ਨਹੀਂ ਕਿਉਂ ਅੰਤਰਰਾਸ਼ਟਰੀ ਪੱਧਰ ਤੇ ਸਿੱਖ ਖੁਦ ਹੀ ਆਪਣੇ ਆਪ ਨੂੰ ਹਾਸੋਹੀਣਾ ਬਣਾਈ ਜਾਂਦੇ ਹਨ। ਪਰ ਇੱਕ ਗੱਲ ਯਕੀਨੀ ਹੈ ਕਿ ਸਮੁੱਚੀ ਦੁਨੀਆ ਦਾ ਸਿੱਖ ਵਿਰੋਧੀ ਆਵਾਮ ਕੱਛਾਂ ਵਜਾ ਰਿਹਾ ਹੈ। ਜੇ ਪੋਥੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਇੱਕੋ ਹੈ ਤਾਂ ਫਿਰ 4 ਸਾਲ ਪਹਿਲਾਂ ਗੁਰੂ ਦੇ ਪਹਿਲੇ ਪ੍ਰਕਾਸ਼ ਦੀ ਸਥਾਪਤੀ ਕਿਵੇਂ ਹੋ ਗਈ? ਸਿੱਖਾਂ ਨੂੰ ਇਸ ਦਾ ਜਵਾਬ ਤਾਂ ਦੇਣਾ ਹੀ ਚਾਹੀਦਾ ਹੈ ਕਿ ਮਹਾਨਤਾ ਪੋਥੀ ਦੀ ਹੈ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ। ਪਤਾ ਨਹੀਂ ਕਿਉਂ ਅੰਤਰਰਾਸ਼ਟਰੀ ਪੱਧਰ ਤੇ ਸਿੱਖ ਖੁਦ ਹੀ ਆਪਣੇ ਆਪ ਨੂੰ ਹਾਸੋਹੀਣਾ ਬਣਾਈ ਜਾਂਦੇ ਹਨ
400 ਸਾਲਾ ਸ਼ਤਾਬਦੀ ਸਨ 2004 ਵਿੱਚ ਸਿਰਫ ਤੇ ਸਿਰਫ ਪੋਥੀ ਦੇ ਸੁਭਾਏ ਮਾਨਦੀ ਸੀ, ਗੁਰੂ ਗ੍ਰੰਥ ਸਾਹਿਬ ਜੀ ਦੀ ਨਹੀਂ। ਇਸ ਪੋਥੀ ਦੀ ਗੱਲ ਕੀਤੀ ਗਈ ਹੈ। ਉਹ ਪੋਥੀ ਸਿੱਖ ਕੌਮ ਦਾ ਗੁਰੂ ਨਹੀਂ ਹੈ, ਸਗੋਂ ਉਹ ਪੋਥੀ ਤਾਂ ਰਾਮ ਰਾਈਆਂ ਦੇ ਪਾਸ ਹੈ ਜੋ ਗੁਰਿਆਈ ਦੀ ਹੱਕਦਾਰ ਨਹੀਂ ਹੈ। ਆਪਣੀ ਇਸ ਗਲਤੀ ਨੂੰ ਮੰਨਣ ਲਈ ਸਿੱਖ ਵਿਦਵਾਨ ਅਤੇ ਸੰਸਥਾਵਾਂ ਤੇ ਕਾਬਜ਼ ਲੀਡਰ ਤਿਆਰ ਨਹੀਂ ਹਨ ਤੇ ਹੁਣ ਦੂਜੀ ਭਿਆਨਕ ਗਲਤੀ ਫਿਰ ਲਾਮ ਲਸ਼ਕਰ ਨਾਲ ਕਰ ਚੁੱਕੇ ਹਨ। ਅਖੇ ਇਕੱਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਹੈ, ਪੰਥ ਦੀ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਤਾਂ ਇਹ ਸਮਝਾਉਂਦੇ ਹਨ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਨੀ, ਅਤੇ ਜਾਗ ਲੈ ਰੇ ਮਨਾ ਜਾਗ ਲੈ, ਕਹਾਂ ਗਾਫਲ ਸੋਇਆ। ਮੈਂ ਸੰਨ 2004 ਵਿੱਚ ਵੀ ਇਸ ਵਿਸ਼ੇ ਤੇ ਦ੍ਰਿੜ ਸੀ ਕਿ ਪੋਥੀ ਨੂੰ ਜੇ ਤੁਸੀਂ ਗੁਰਿਆਈ ਵਜੋਂ ਸਥਾਪਿਤ ਕਰਵਾਓਗੇ ਤਾਂ ਕੱਲ੍ਹ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ, ਸੰਪਾਦਨਾ, ਬਾਣੀ ਅਤੇ ਗੁਰਤਾ ਗੱਦੀ ਤੇ ਖੁਦ ਸਿੱਖ ਕਿੰਤੂ ਪਰੰਤੂ ਕਰਨ ਦੇ ਅਵਸਰ ਪੈਦਾ ਕਰਨਗੇ। ਇਹ ਗੱਲ ਹੁਣ ਸਪਸ਼ਟ ਤੌਰ ਤੇ ਸਾਹਮਣੇ ਆ ਚੁੱਕੀ ਹੈ। ਪਰ ਅਫਸੋਸ ਹਾਲੇ ਵੀ ਇਸ ਗੱਲ ਦਾ ਹੈ ਕਿ ਸਿੱਖ ਸਮਾਜ ਆਪਣੀਆਂ ਗਲਤੀਆਂ ਨੂੰ ਸੁਧਾਰਨ, ਉਹਨਾਂ ਲਈ ਆਪਣੇ ਆਪ ਵਿੱਚ ਹੀ ਮੁਆਫੀਜ਼ਦਾ ਹੋਣ ਅਤੇ ਆਪਣੇ ਅੰਦਰੂਨੀ ਬਣਤਰ ਵਿੱਚ ਇਹਨਾਂ ਗਲਤੀਆਂ ਨੂੰ ਕਰਵਾਉਣ ਵਾਲੇ ਅਨਸਰਾਂ ਤੋਂ ਸੁਤੰਤਰ ਹੋ ਕੇ ਇਹਨਾਂ ਨੂੰ ਹਾਸ਼ੀਏ ਤੋਂ ਬਾਹਰ ਕਰਨ ਲਈ ਤਿਆਰ ਨਹੀਂ ਹੈ। ਅਜਿਹਾ ਇਸ ਕਰਕੇ ਹੈ ਕਿ ਸਿੱਖ ਸਮਾਜ ਦੇ ਵਡੇਰੇ ਹਿੱਸੇ ਤੇ ਗਲਬਾ ਡੇਰੇਵਾਦ, ਸੰਤ ਸੋਚ ਅਤੇ ਉਪਰੋਕਤ ਜ਼ਿਕਰ ਕੀਤੇ ਗਲਤ ਅਨਸਰਾਂ ਦਾ ਹੈ ਤੇ ਸਿੱਖ ਗਲਤ ਅਨਸਰਾਂ ਦੇ ਹੀ ਨਿੱਜੀ ਪ੍ਰਭਾਵ ਵਿੱਚ ਹੈ। ਇਹਨਾਂ ਤਿਕੜੀ ਨੇ ਸਿੱਖ ਕੌਮ ਦੇ ਵਡੇਰੇ ਹਿੱਸੇ ਦੇ ਦਿਮਾਗ ਨੂੰ ਗੁਰਮਤ ਤੋਂ ਬਦਲ ਕੇ ਨਿੱਜਵਾਦ, ਸੰਤਵਾਦ, ਡੇਰਾਵਾਦ ਅਤੇ ਸਖਸ਼ੀ ਗੁਰੂ ਨਾਲ ਨਿੱਜੀ ਲਾਭਾਂ ਲਈ ਜੋੜ ਦਿੱਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਤਾਂ ਸਿਰਫ ਅਜਿਹੇ ਚਾਰੋਂ ਅਨਸਰਾਂ ਵੱਲੋਂ ਚਲਾਈ ਜਾ ਰਹੀ ਦੁਕਾਨਦਾਰੀ ਹਿੱਤ ਟ੍ਰੇਡ ਮਾਰਕ ਵਜੋਂ ਇਸਤੇਮਾਲ ਕੀਤੇ ਜਾ ਰਹੇ ਹਨ। ਰਹਿਤ ਮਰਿਆਦਾ ਤੇ ਗੁਰਮਤ ਦਾ ਅਨੁਯਾਈ ਸਿੱਖ ਟਾਵਾਂ ਟਾਵਾਂ ਰਹਿ ਗਿਆ ਹੈ, ਜਿਸ ਦੀ ਵਰਤਮਾਨ ਵਿੱਚ ਸਿੱਖ ਸਮਾਜ ਵਿੱਚ ਕੋਈ ਪੁੱਛ ਅਤੇ ਪ੍ਰਤੀਤ ਨਹੀਂ ਹੈ। ਇਸ ਨੂੰ ਮੂਰਖ ਜਾਂ ਫਾਲਤੂ ਸਮਝਿਆ ਜਾਂਦਾ ਹੈ। ਜਿਸ ਸਮਾਜ ਵਿੱਚ ਅਜਿਹੀ ਸੱਭਿਆਚਾਰਕ ਬਣਤਰ ਬਣ ਜਾਵੇ ਤੇ ਉਹ ਸਮਾਜ ਫਿਰ ਵੀ ਨਾ ਜਾਗੇ ਤਾਂ ਸਮਝੋ ਉਸ ਵਿੱਚ ਵਿਪਰਵਾਦੀ ਬਦਲਾਅ ਸਿਖਰ ਤੇ ਪਹੁੰਚ ਕੇ ਆਪਣਾ ਅਸਰ ਦਿਖਾ ਰਿਹਾ ਹੈ। 1708 ਨੂੰ ਨੰਦੇੜ ਦੀ ਧਰਤੀ ਤੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰੀਰ ਤਿਆਗਣ ਤੋਂ ਪਹਿਲਾਂ ਗੁਰਿਆਈ ਦੀ ਜ਼ਿੰਮੇਵਾਰੀ ਸਾਂਝੇ ਤੌਰ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਾਹਿਬ ਸ੍ਰੀ ਗੁਰੂ ਪੰਥ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੀ ਹੈ। ਇਹ ਗੁਰਿਆਈ ਇਕਵਲੜੀ ਨਹੀਂ ਹੈ। ਗੁਰੂ ਪਦਵੀ, ਜੋਤ ਅਤੇ ਜੁਗਤ ਦੀ ਸਾਂਝ ਨਾਲ ਹੀ ਸੰਪੂਰਨਤਾ ਹਾਸਲ ਕਰਦੀ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਸ ਦਮਦਮੀ ਬੀੜ ਵਿੱਚ ਜਿਹੜੀ ਸਤਿਗੁਰਾਂ ਨੇ ਆਪ ਸ੍ਰੀ ਦਮਦਮਾ ਸਾਹਿਬ ਵਿਖੇ ਲਿਖਵਾਈ ਅਤੇ ਜਿਸ ਦਾ ਉਤਾਰਾ ਅੱਜ ਕੱਲ੍ਹ ਛਪੀ ਹੋਈ ਹਰ ਬੀੜ ਸਾਹਿਬ ਦੇ ਰੂਪ ਵਿੱਚ ਗੁਰਦੁਆਰਾ ਸਾਹਿਬ ਵਿੱਚ ਗੱਦੀ ਨਸ਼ੀਨ ਹੈ ਅਤੇ ਜੁਗਤ ਰੂਪ ਵਿੱਚ ਗੁਰਿਆਈ ਸਾਹਿਬ ਸ੍ਰੀ ਗੁਰੂ ਪੰਥ ਮਹਾਰਾਜ ਜੀ ਨੂੰ ਸਰੀਰ ਰੂਪ ਵਿੱਚ 1708 ਵਿੱਚ ਬਖਸ਼ਿਸ਼ ਕੀਤੀ ਹੈ। ਸਥਾਪਿਤ ਸਵਾਰਥੀਆਂ ਦੀ ਸਭ ਤੋਂ ਵੱਡੀ ਚਿੰਤਾ ਦਾ ਪੱਖ ਹੀ ਇਹੋ ਹੈ ਕਿ ਪੰਥ ਗੁਰੂ ਕਿਤੇ ਗੁਰਿਆਈ ਦੀ ਜੁਗਤ ਹੰਡਾਉਣ ਹਿੱਤ ਖੁਦ ਖੜਾ ਨਾ ਹੋ ਜਾਵੇ, ਕਿਉਂਕਿ ਜੇ ਇੰਜ ਹੋ ਜਾਂਦਾ ਹੈ ਤਾਂ ਇਸ ਸਾਰੇ ਸਰੀਰਕ ਸਾਧ, ਸੰਤ, ਡੇਰੇਦਾਰ, ਪਾਖੰਡੀ, ਧਾਰਮਿਕ ਲੀਡਰ ਅਤੇ ਜਥੇਦਾਰ ਇੱਕੋ ਝਟਕੇ ਵਿੱਚ ਹੀ ਸਾਫ਼ ਹੋ ਜਾਂਦੇ ਹਨ। ਇਸੇ ਲਈ ਇਹ ਸਾਰੇ ਇਕਜੁੱਟ ਹੋ ਆਪਣੀ ਇੱਕ ਮੁੱਠਤਾ ਨਾਲ ਪੰਥ ਨੂੰ ਕੁਰਾਹੇ ਪਾ ਕੇ ਆਪੋ ਆਪਣੀ ਲੀਡਰੀ ਦੀ ਹੋਂਦ ਨੂੰ ਜਿਉਂਦਾ ਰੱਖਣ ਲਈ ਪੰਥ ਗੁਰੂ ਦੀ ਸਰੀਰਕ ਜੁਗਤ ਹੰਡਾਉਣ ਦੀ ਗੁਰਮਤ ਨਿਰਣੈਕਾਰੀ ਹੈਸੀਅਤ ਵਿੱਚ ਸ਼ਬਦ ਗੁਰੂ ਦੇ ਹੁਕਮ ਦੇ ਅਮਲੀ ਨਿਰਵਾਹ ਤੋਂ ਰੋਕਣ ਲਈ ਜੁਗਤ ਰੂਪ ਵਿੱਚ ਪੰਥਕ ਗੁਰਿਆਈ ਦਾ ਵਿਰੋਧ, ਨਿਸ਼ੇਧ ਅਤੇ ਨਿਰੋਧ ਕਰਦੇ ਚਲੇ ਆ ਰਹੇ ਹਨ। ਇੰਜ ਸਿੱਖਾਂ ਨੂੰ ਹੀ ਸਿੱਖਾਂ ਦੀ ਆਪਣੀ ਸੁੱਚੀ ਤੇ ਸੱਚੀ ਹੋਂਦ ਤੋਂ ਬੇਮੁਖ ਕਰਨ ਵਿੱਚ ਕਾਮਯਾਬ ਰਹੇ ਹਨ। ਇਹੋ ਕਾਰਨ ਹੈ ਕਿ 300 ਸਾਲਾ ਗੁਰੂ ਦੇ ਨਾਲ ਵਾਲਾ ਟੋਲਾ ਸ਼੍ਰੀ ਹਜ਼ੂਰ ਸਾਹਿਬ ਵਿੱਚ ਸੈਂਕੜੇ ਕਰੋੜਾਂ ਰੁਪਏ ਖਰਚ ਕੇ ਅਤੇ ਨਾਲ ਹੀ ਸੈਂਕੜੇ ਕਰੋੜਾਂ ਰੁਪਏ ਦੀ ਕੀਤੀ ਕਰਾਈ ਉਸਾਰੀ ਨੂੰ ਖੁਦ ਕਾਰ ਸੇਵਾ ਅਤੇ ਨਵ ਉਸਾਰੀ ਦੇ ਨਾਂ ਤੇ ਤੁੜਵਾ ਕੇ ਸਿੱਖੀ ਵਿਰਾਸਤ ਦੇ ਉਹ ਗੜ੍ਹ ਦਫਨ ਕਰਵਾ ਗਿਆ ਹੈ, ਜਿੱਥੇ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਤੇ ਸ਼੍ਰੀ ਗੁਰੂ ਪੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਜੋਤ ਸ਼੍ਰੀ ਗੁਰੂ ਗ੍ਰੰਥ ਵਿੱਚ, ਜੁਗਤ ਸ਼੍ਰੀ ਗੁਰੂ ਪੰਥ ਵਿੱਚ ਦਾ ਹੁਕਮ ਕੀਤਾ ਅਤੇ ਦਿੱਤਾ ਸੀ। ਕਿੰਨੀ ਅਜੀਬ ਅਤੇ ਰਹੱਸਮਈ ਗੱਲ ਤੋਂ ਪਰਦਾ ਚੁੱਕਦਾ ਹਾਂ ਕਿ ਪੂਰੀ ਕੌਮ ਗਲੈਮਰ ਦੇ ਨਸ਼ੇ ਵਿੱਚ ਨਸ਼ਈ ਬਣ 300 ਸਾਲ ਗੁਰੂ ਦੇ ਨਾਲ ਦੇ ਨਾਅਰੇ ਸੰਸਾਰ ਭਰ ਵਿੱਚ ਲਾਉਂਦੀ ਰਹੀ ਹੈ ਤੇ ਪੂਰਾ 1 ਸਾਲ ਸ਼ਤਾਬਦੀ ਮਨਾਉਂਦੀ ਰਹੀ ਹੈ, ਪਰ ਉਸ ਦੇ ਵਿਦਵਾਨਾਂ, ਸਿੰਘ ਸਾਹਿਬਾਨਾਂ,
ਪ੍ਰਧਾਨਾਂ ਨੂੰ ਇਹ ਹੀ ਪਤਾ ਨਹੀਂ ਚੱਲ ਸਕਿਆ ਕਿ ਉਸ ਗੁਰਦੁਆਰਾ ਸਾਹਿਬ ਨੂੰ ਖਤਮ ਕਰ ਦਿੱਤਾ ਗਿਆ ਹੈ ਜਿੱਥੇ ਇਹ ਗੁਰਗੱਦੀ ਦਿੱਤੀ ਗਈ ਸੀ, ਜਿਸ ਦੀ ਉਹ ਸ਼ਤਾਬਦੀ ਮਨਾ ਰਹੇ ਹਨ। ਹੈ ਨਾ ਹੈਰਾਨਕੁਨ ਗੱਲ। ਪਰ ਇਹ ਗੱਲ ਮੰਨੀ ਨਹੀਂ ਜਾ ਸਕਦੀ ਕਿ ਇਹਨਾਂ ਨੂੰ ਪਤਾ ਨਹੀਂ ਸੀ, ਸਗੋਂ ਅਸਲ ਸੱਚ ਇਹ ਹੈ ਕਿ ਇਹਨਾਂ ਸੰਤ ਸਾਧ ਲਾਣੇ ਨਾਲ ਮਿਲ ਕੇ ਉਸ ਅਸਲ ਸਥਾਨ ਨੂੰ ਤੁੜਵਾ ਕੇ ਖਤਮ ਕਰਵਾ ਦਿੱਤਾ ਹੈ ਜਿੱਥੋਂ ਪੰਥ ਨੂੰ ਗ੍ਰੰਥ ਦੇ ਨਾਲ ਗੁਰਿਆਈ ਹਾਸਲ ਹੋਈ ਸੀ। ਇਸ ਅਪਰਾਧ ਨੂੰ ਕਿ ਸਿੱਖ ਕੌਮ ਅਵੇਸਲੀ ਬਣ ਸਵੀਕਾਰਦੀ ਰਹੇਗੀ। ਇਹ ਇੱਕ ਅਜਿਹਾ ਹੀ ਅਪਰਾਧ ਹੈ ਜਿਹਾ ਜੂਨ 1984 ਵਿੱਚ ਭਾਰਤ ਸਰਕਾਰ ਨੇ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਫੌਜੀ ਹਮਲਾ ਬੋਲ ਕੇ ਕੀਤਾ ਸੀ। ਕੋਈ ਮੈਨੂੰ ਦੱਸੇਗਾ ਕਿ ਮੈਂ ਹੁਣ ਕਿਸ ਪੰਥ ਅੱਗੇ ਜਾ ਕੇ ਗੁਹਾਰ ਕਰਾਂ। ਸਮੁੱਚੇ ਪੰਥ ਨੂੰ ਉਸ ਅੰਗੀਠੇ ਦੇ ਲੜ ਲਾ ਦਿੱਤਾ ਗਿਆ ਹੈ ਜਿਸ ਵਾਸਤੇ ਖੁਦ ਦਸਮ ਪਾਤਸ਼ਾਹ ਆਦੇਸ਼ ਕਰਕੇ ਗਏ ਸਨ ਕਿ ਅੰਗੀਠਾ ਨਹੀਂ ਫਰੋਲਣਾ। ਇਹ ਸਿੱਖ ਸੱਭਿਅਤਾ ਵੀ ਹੈ, ਰਹਿਤ ਵੀ, ਮਰਿਆਦਾ ਵੀ ਹੈ ਤੇ ਸਿੱਖ ਦਾ ਗੁਰਮਤ ਆਚਰਣ ਵੀ। ਸਿੱਖ ਨੂੰ ਕਿਉਂਕਿ ਪਾਉਣਾ ਹੀ ਕੁਰਾਹੇ ਹੈ, ਇਸ ਲਈ ਅੰਗੀਠੇ ਨੂੰ ਹੀ ਤਖਤ ਬਣਾ ਦਿੱਤਾ ਗਿਆ ਹੈ, ਜਦ ਕਿ ਤਖਤ ਸਥਾਪਿਤ ਕਰਨ ਵਾਲਾ ਸਥਾਨ ਉਹ ਤੰਬੂ ਵਾਲਾ ਸਥਾਨ ਸੀ ਜਿਸ ਤੰਬੂ ਵਿੱਚ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਜੀ ਮਹਾਰਾਜ ਨੂੰ ਅਤੇ ਪੰਥ ਜੀ ਮਹਾਰਾਜ ਨੂੰ ਗੁਰਿਆਈ ਅਰਪਣ ਕੀਤੀ ਸੀ। ਇਤਿਹਾਸ ਗਵਾਹ ਹੈ ਕਿ ਇਹ ਅੰਗੀਠੇ ਵਾਲਾ ਸਥਾਨ ਨਹੀਂ ਹੈ। ਸਿੱਖ ਰਵਾਇਤਾਂ ਅਨੁਸਾਰ ਅਤੇ ਗੁਰਮਤ ਅਨੁਸਾਰ ਕਿਸੇ ਵੀ ਅੰਗੀਠੇ ਨੂੰ ਤਖਤ ਨਹੀਂ ਸਵੀਕਾਰਿਆ ਜਾ ਸਕਦਾ। ਜੋ ਤਖਤ ਵਾਲੇ ਨਿਸ਼ਾਨ ਅਤੇ ਸਿੱਖ ਰਾਜ ਸਮੇਂ ਦਾ ਨਿੱਕਾ ਜਿਹਾ ਗੁਰਦੁਆਰਾ ਸਾਹਿਬ ਸੀ, ਉਸ ਨੂੰ ਪੁਲਸੀਏ ਪ੍ਰਧਾਨ ਨੇ ਆਪਣੀ ਨਿਰੰਕੁਸ਼ਤਾ ਵਿੱਚ ਸਿੱਖਾਂ ਦੀ ਚਾਪਲੂਸੀ ਕਰਨ ਦੀ ਆਦਤ ਦਾ ਫਾਇਦਾ ਚੁੱਕ ਕੇ ਖਤਮ ਕਰ ਦਿੱਤਾ ਹੈ। ਇਸ ਦਾ ਸਾਥ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ 5 ਤਖਤਾਂ ਦੇ ਜਥੇਦਾਰਾਂ ਨੇ ਰੱਜ ਕੇ ਦਿੱਤਾ ਹੈ। ਜਿਹੜੇ ਨੰਦੇੜ ਦੇ ਸਿੰਘ ਆਪਣੀ ਹੋਂਦ ਨੂੰ ਬਚਾਉਣ ਦੀ ਫਿਕਰ ਵਿੱਚ ਹਰ ਨਿੱਕੀ ਮੋਟੀ ਗੱਲ ਤੇ ਤਲਵਾਰਾਂ ਸੂਤੀ ਫਿਰਦੇ ਹਨ, ਉਹਨਾਂ ਨੇ ਵੀ ਇਸ ਕੁਕਰਮ ਨੂੰ ਆਪੋ ਆਪਣੇ ਨਿੱਜੀ ਲਾਭਾਂ ਨੂੰ ਹਾਸਲ ਕਰਨ ਲਈ ਹੋਣ ਦਿੱਤਾ ਹੈ। ਇਹ ਸਭ ਇਤਿਹਾਸ ਵਿੱਚ ਕਦੇ ਮੁਆਫ ਨਹੀਂ ਕੀਤੇ ਜਾ ਸਕਦੇ। ਸਿੱਖ ਇਤਿਹਾਸਕਾਰ, ਵਿਦਵਾਨ ਵੀ ਗੁਨਾਹਗਾਰ ਹੀ ਬਣੇ ਰਹਿਣਗੇ। ਇਹ ਨੁਕਸਾਨ ਪਛਤਾਪ ਨਾਲ ਪੂਰਾ ਹੋਣ ਵਾਲਾ ਨਹੀਂ ਹੈ। ਜ਼ਿਆਦਾ ਵਿਸਥਾਰ ਵਿੱਚ ਨਾ ਜਾ ਕੇ ਸਿੱਧਾ ਇਸ ਗੱਲ ਤੇ ਵਿਚਾਰ ਕਰੀਏ ਕਿ 10 ਸ਼ਤਾਬਦੀਆਂ ਮਨਾਉਣ ਤੋਂ ਬਾਅਦ ਸਿੱਖ ਕੌਮ ਨੂੰ ਕੀ ਹਾਸਲ ਹੋਇਆ ਹੈ। ਪਹਿਲੀ ਪ੍ਰਾਪਤੀ ਤਾਂ ਇਸੇ ਨੂੰ ਮੰਨ ਲਵੋ ਕਿ ਸਿੱਖਾਂ ਨੇ ਆਪਣਾ ਉਹ ਨਿੱਕਾ ਜਿਹਾ ਇਤਿਹਾਸਕ ਸਥਾਨ ਨੇਸ ਤੋਂ ਨਾਬੂਦ ਕਰ ਖਾਕ ਵਿੱਚ ਮਿਲਾ ਕੇ ਧਰਤ ਵਿੱਚ ਕਿਤੇ ਦਫਨ ਕਰ ਦਿੱਤਾ ਹੈ, ਜਿਸ ਥਾਂ ਤੇ 10ਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੰਥ ਮਹਾਰਾਜ ਦੇ ਨਾਲ ਗੁਰਿਆਈ ਅਰਪਣ ਕੀਤੀ ਸੀ। ਜਿੱਥੇ ਮਿਸਲ ਕਾਲ ਦੇ ਜਰਨੈਲਾਂ ਦੇ ਸਰਕਾਰੇ ਖਾਲਸਾ ਦੇ ਖਲ 27 ਫੌਜੀਆਂ ਨੇ ਖੁਦ ਆ ਕੇ ਨਿੱਕਾ ਜਿਹਾ ਪਰ ਪ੍ਰਭਾਵਸ਼ਾਲੀ ਗੁਰਦੁਆਰਾ ਬਣਵਾਇਆ ਸੀ, ਜਿਸ ਰਾਹੀਂ ਇਹ ਤਖਤ ਸ਼੍ਰੀ ਸੱਚਖੰਡ ਨੰਦੇੜ ਸਾਹਿਬ ਪ੍ਰਗਟ ਹੋਇਆ ਸੀ, ਜਿਸ ਦੇ ਇਰਦ ਗਿਰਦ ਸਰਕਾਰੇ ਖਾਲਸਾ ਨੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਵਿੱਚ ਸੁੰਦਰ ਅਤੇ ਸਿੱਖੀ ਇਮਾਰਤ ਕਲਾ ਦੀ ਖੂਬੀਆਂ ਨਾਲ ਬਾਰਾਂਦਰੀ, ਤੋਪਖਾਨਾ, ਬਾਉਲੀ ਅਤੇ ਛਾਉਣੀ ਦਾ ਨਿਰਮਾਣ ਕੀਤਾ ਗਿਆ ਸੀ। ਇਸ ਤਖਤ ਸਾਹਿਬ ਤੇ ਖਾਲਸੇ ਦੀਆਂ ਫੌਜਾਂ ਆਪ ਰਹਿਣ ਲੱਗ ਗਈਆਂ ਸਨ। ਇਸ ਸਮੁੱਚੇ ਇਤਿਹਾਸਕ ਸਥਾਨ ਵਿੱਚੋਂ ਅੰਗੀਠੇ ਵਾਲੀ ਜਗ੍ਹਾ ਸਿੱਖ ਜਰਨੈਲਾਂ ਅਤੇ ਖਾਲਸੇ ਨੇ ਹਮੇਸ਼ਾ ਚਾਰ ਦੀਵਾਰੀ ਤੋਂ ਬਾਹਰ ਹੀ ਰੱਖੀ ਸੀ। ਇਹਨਾਂ ਸਾਰੀਆਂ ਹੀ ਇਤਿਹਾਸਕ ਮਹੱਤਤਾ ਵਾਲੀਆਂ ਵਿਰਾਸਤੀ ਇਮਾਰਤਾਂ ਨੂੰ 300 ਸਾਲ ਗੁਰੂ ਕੇ ਨਾਲ ਵਾਲੀ ਟੋਲੀ ਨੇ ਖਤਮ ਕਰ ਨਿਸ਼ਾਨ ਤੱਕ ਮਿਟਾ ਦਿੱਤੇ ਹਨ। ਸਿੱਖਾਂ ਅੱਗੇ ਮੇਰਾ ਸਵਾਲ ਹੈ ਕਿ ਇਹ 300 ਸਾਲ ਸਿੱਖਾਂ ਨੇ ਆਪਣੇ ਗੁਰੂ ਨਾਲ ਦੁਸ਼ਮਣੀ ਕੱਢਣ ਵਾਲੇ ਬਣਾਏ ਹਨ ਜਾਂ ਉਸ ਦੇ ਹੁਕਮ ਨੂੰ ਜੀਵਨ ਵਿੱਚ ਧਾਰਨ ਕਰਕੇ ਰੋਲ ਮਾਡਲ ਪ੍ਰਗਟ ਕਰਨ ਵਾਲੇ ਸਥਾਪਿਤ ਕੀਤੇ ਹਨ। ਮੈਨੂੰ ਜਵਾਬ ਚਾਹੀਦਾ ਹੈ। ਇਹਨਾਂ ਨੂੰ ਇਤਿਹਾਸ ਕਦੇ ਵੀ ਮੁਆਫ ਨਹੀਂ ਕਰੇਗਾ। ਪੰਥਕ ਸਟੇਜ ਤੋਂ ਸਿੱਖ ਕੌਮ ਨੂੰ ਸ਼ਰੇਆਮ ਹਿੰਦੂਆਂ ਦਾ ਹਿੱਸਾ ਸਾਬਤ ਕੀਤਾ ਗਿਆ ਅਤੇ ਸਿੱਖ ਸਿਧਾਂਤ ਦਾ ਖੁਦ ਸਿੱਖਾਂ ਨੇ ਭਗਵਾ ਕਰਨ ਕਰਾਉਣ ਹਿੱਤ 2004 ਵਿੱਚ ਮਨਾਈਆਂ 500 ਤੇ 400 ਸਾਲਾ ਸ਼ਤਾਬਦੀਆਂ ਨੂੰ ਸ਼੍ਰੀ ਗਣੇਸ਼ ਵਜੋਂ ਕੌਮ ਦੇ ਵਿਹੜੇ ਵਿੱਚ ਅਨਮਤੀਆਂ ਦਾ ਦੀਵਾ ਬਾਲ ਕੇ ਉਸ ਦਾ ਗਾਇਤਰੀ ਮੰਤਰ ਦਾ ਅਮਲੀ ਪ੍ਰਭਾਵ ਗ੍ਰਹਿਣ ਕਰਨ ਦਾ ਆਰੰਭ ਕੀਤਾ ਤੇ ਦਿੱਤਾ। ਉਦਘਾਟਨੀ ਸਮਾਗਮਾਂ ਦੀਆਂ ਵੀਡੀਓ ਹੁਣ ਠੰਮੇ ਨਾਲ ਬੈਠ ਕੇ ਵੇਖੋ ਜੋ ਤੁਹਾਡੇ ਕਿਰਦਾਰ ਨੂੰ ਤੁਹਾਡੇ ਸਾਹਮਣੇ ਖੁਦ ਪੇਸ਼ ਕਰਨਗੀਆਂ। ਪ੍ਰਧਾਨਾਂ ਅਤੇ ਤਖਤਾਂ ਦੇ ਜਥੇਦਾਰਾਂ ਨੇ ਇਸ ਵਿੱਚ ਖੁਦ ਸ਼ਮੂਲੀਅਤ ਕੀਤੀ ਹੈ। ਸਭ ਤਨਖਾਹੀਏ ਹੋ ਜਾਣ ਦੇ ਬਾਵਜੂਦ ਵੀ ਇਸੇ ਲਈ ਕੋਈ ਤਨਖਾਹੀਆ ਨਾ ਹੋਇਆ। ਸ਼੍ਰੋਮਣੀ ਅਕਾਲੀ ਦਲ ਜਿਹੜਾ ਪਹਿਲਾਂ ਮਾਸਟਰ ਤਾਰਾ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਵਿੱਚ ਸਿੱਖਾਂ ਨੂੰ ਵਾੜਨ ਵਿੱਚ ਮਿਹਨਤ ਮਸ਼ੱਕਤ ਕਰਦਾ ਸਿੱਖਾਂ ਨੂੰ ਕਾਂਗਰਸੀ ਬਣਾਉਂਦਾ ਰਿਹਾ ਸੀ ਤੇ ਉਸਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਸਿੱਖੀ ਦਾ ਹਿੰਦੂ ਤਵਕਰਨ ਹਿੱਤ ਤਖਤ ਸਾਹਿਬਾਂ ਤੋਂ ਲੈ ਕੇ ਪਿੰਡ ਪੱਧਰ ਤੱਕ RSS ਅਤੇ ਭਾਜਪਾਈ ਕਰਨ ਵਿੱਚ ਰਾਤ ਦਿਨ ਇੱਕ ਕਰ ਦਿੱਤੀ ਹੈ। ਇਸ ਹਿੱਤ ਗੁਰੂ ਕੀ ਗੋਲਕ ਵੀ ਇਹਨਾਂ ਅੱਗੇ ਖੋਲ ਦਿੱਤੀ ਹੈ।
ਸ਼੍ਰੋਮਣੀ ਕਮੇਟੀ ਜਿਹੜੀ ਸਵਰਗੀ ਟੋੜਾ ਦੀ ਅਗਵਾਈ ਵਿੱਚ ਧਰਮ ਦਾ ਖੱਬੀਕਰਨ ਕਰਨ ਅਤੇ ਖੱਬੀਆਂ ਤੇ ਨਕਸਲਾਈਟ ਤਾਕਤਾਂ ਨੂੰ ਸਿੱਖ ਬੁੱਧੀਜੀਵੀ ਬਣਾਉਣ ਵਿੱਚ ਖਪਤ ਰਹੀ। ਧਰਮ ਡੇਰੇਦਾਰਾਂ ਨੂੰ ਭਾਂਤ-ਭਾਂਤ ਦੇ ਠੇਕੇ ਦੇ ਕੇ ਇਹਨਾਂ ਡੇਰੇਵਾਦੀ ਠੇਕੇਦਾਰਾਂ ਰਾਹੀਂ ਆਪਣੀ ਧਾਰਮਿਕਤਾ ਦਾ ਭਰਮ ਪੈਦਾ ਕਰਕੇ ਧਰਮ ਅਤੇ ਗੁਰਮਤ ਦਾ ਸਫਾਇਆ ਫੈਲਾਉਂਦੇ ਰਹੇ। ਹੁਣ ਉਹੀ ਕੰਮ ਮੱਕੜ ਸੁਖਬੀਰ ਦੇਹਧਾਰੀ ਗੁਰੂ ਡੰਮ ਵਿੱਚ ਤਬਦੀਲ ਕਰ ਸਤਿਗੁਰੂ ਅਤੇ ਗੋਬਿੰਦ ਸਦਨ ਰਾਹੀਂ ਆਸ਼ੂਤੋਸ਼ੀ ਤੋਂ ਲੈ ਕੇ ਸਿਰਸਾ ਵਾਲੇ ਰਾਹੀਂ ਜਾਮੇ ਇੰਸਾ ਦਾ ਦੌਰ ਚਲਾ ਕੇ ਗੁਰਦੁਆਰਿਆਂ ਵਿੱਚ ਰਾਸ਼ਟਰੀ ਸਵੈ ਸੇਵਕ ਸੰਘ ਦੇ ਕੈਂਪ ਲਵਾ ਕੇ ਆਪਣੀ ਸਿੱਖੀ ਨਾਲ ਬੇਵਫਾਈ ਦੀ ਸ਼ੁੱਧ ਵਫਾ ਚਮਕਾਉਂਦੇ ਹਨ। ਤੇ ਇਹ ਸਭ ਰਲ ਮਿਲ ਕੇ ਰਾਮਦਾਸਪੁਰ ਤੋਂ ਸਭ ਉਤਰੇ ਪਾਪ ਕਮਾਤੇ ਦੇ ਸੰਕਲਪ ਵਿੱਚੋਂ ਸਿੱਖਾਂ ਨੂੰ ਧੋਤੀ ਲੰਗੋਟੀ ਜਨੇਊ ਧਾਰੀ ਇੱਕ ਹਿੰਦੂਤਵਧਾਰੀ ਸਿੱਖ ਆਪਣਾ ਲੀਡਰ ਚੁਣ ਕੇ ਦਿੰਦੇ ਹੋਏ ਭਵਿੱਖਤ ਸਿੱਖੀ ਦਾ ਦ੍ਰਿਸ਼ ਪ੍ਰਤੱਖ ਕਰਦੇ ਹਨ। ਹੁਣ ਇਹ ਰਹੱਸ ਅਤੇ ਵਡੇਰੀ ਸਾਜ਼ਿਸ਼ ਤਖਤਾਂ ਵਿਚਕਾਰ ਆਰੰਭ ਹੋਈ ਲੜਾਈ ਨੂੰ ਸਿੱਖ ਰਹਿਤ ਮਰਿਆਦਾ ਦੀ ਅਤੇ ਨਾਨਕਸ਼ਾਹੀ ਪ੍ਰਣਾਲੀ ਦੀ ਲੜਾਈ ਵਿੱਚ ਤਬਦੀਲ ਕਰਕੇ ਸਿੱਖ ਸਿਧਾਂਤ ਨੂੰ ਖੇਰੋਂ ਕਰਨ ਦੀ ਸੱਚਾਈ ਤੱਕ ਅੱਪੜ ਚੁੱਕੀ ਹੈ। ਜੇ ਸਿੱਖ ਕੌਮੀਅਤਾਂ ਵਿਚਲੀ ਸੁਤੰਤਰ ਚੇਤਨਾ ਨਾ ਜਾਗੀ ਤਾਂ ਹੁਣ ਮਨਾਈ ਜਾ ਰਹੀ ਸ਼ਤਾਬਦੀ ਰਾਹੀਂ ਪੂਰਾ ਖਦਸ਼ਾ ਹੈ ਕਿ ਸਿੱਖੀ ਦੀ ਵਿਲੱਖਣਤਾ ਵਾਲੀ ਸੱਭਿਅਤਾ ਗੁਰਮੁਖੀ ਭਾਸ਼ਾ ਤੇ ਗੁਰੂ ਗ੍ਰੰਥ ਪੰਥ ਦੇ ਜੋਤ ਜੁਗਤ ਦੇ ਸੰਕਲਪ ਨੂੰ ਖਤਮ ਕਰ ਦੇਣ ਵਿੱਚ ਆਖਰੀ ਬਰੂਦ ਸਿੱਖੀ ਦੀ ਜੜ ਵਿੱਚ ਧਰ ਕੇ ਖੁਦ ਜਥੇਦਾਰਾਂ ਤੋਂ ਤਿੱਲੀ ਲਵਾਈ ਜਾਵੇਗੀ। ਆਰੰਭ ਹੋ ਚੁੱਕਾ ਹੈ। ਗੁਰੂ ਗ੍ਰੰਥ ਪੰਥ ਦੀ ਸ਼ਤਾਬਦੀ ਲਈ ਕੋਈ ਵੀ ਗੁਰਮੁਖੀ ਅੱਖਰ ਇਹਨਾਂ ਨੂੰ ਨਹੀਂ ਲੱਭਾ। ਦੇਵਨਾਗਰੀ ਸੰਸਕ੍ਰਿਤੀ ਦਾ ਅੱਖਰ ਲੈ ਕੇ ਜਾਗਰਤੀ ਮਾਰਚ ਨਗਰ ਕੀਰਤਨ ਦੀ ਰੀਤ ਪ੍ਰਣਾਲੀ ਦੀ ਹਿੱਕ ਤੇ ਸ਼ਰੇਆਮ ਕੱਢਿਆ ਜਾ ਰਿਹਾ ਹੈ। ਸਿੱਖ ਹਿੰਦੀ ਵਿੱਚ ਉਸ ਦਾ ਸਵਾਗਤ ਹਾਰਦਿਕ ਕਹਿ ਕੇ ਕਰ ਰਹੇ ਹਨ। ਇਹ ਉਸੇ ਪਰੰਪਰਾ ਦੀ ਵੇਸ਼ਵਾਈ ਬੇਹਯਾਈ ਨਾਲ ਸਥਾਪਤੀ ਦਾ ਦਲਾਲੀ ਸੱਤਾ ਦੀ ਚੌਧਰ ਰਾਹੀਂ ਅਮਲੀ ਪ੍ਰਗਟਾ ਹੈ, ਜਿਸ ਰਾਹੀਂ ਸਿੱਖ ਨੂੰ ਉਹਨਾਂ ਦੀ ਅੰਸ਼ ਬੰਸ ਕਿਹਾ ਜਾਂਦਾ ਹੈ, ਜਿਨ੍ਹਾਂ ਨੂੰ ਖੁਦ ਦੀ ਆਪਣੀ ਨਸਲ ਦਾ ਹੀ ਨਹੀਂ ਪਤਾ ਹੈ, ਜੋ ਲਵ ਕੁਸ਼ ਦੀ ਪਰੰਪਰਾ ਦੇ ਗੁਲਾਮ ਹਨ ਅਤੇ ਦਰਬਾਰ ਸਾਹਿਬ ਨੂੰ ਮੰਦਿਰ ਵਿੱਚ ਤਬਦੀਲ ਕੀਤਾ ਜਾਣ ਦਾ ਸੁਪਨਾ ਸਾਕਾਰ ਹੁੰਦਾ ਦੇਖਣਾ ਚਾਹੁੰਦੇ ਹਨ। ਤਾਂ ਹੀ ਤਾਂ ਸ਼ਤਾਬਦੀ ਮਨਾਉਣ ਵਾਲੀ ਸਟੇਜ ਤੋਂ ਸਿੱਖ ਹਿੰਦੂ ਹੀ ਹਨ ਦਾ ਐਲਾਨ ਕੀਤਾ ਜਾਂਦਾ ਹੈ। ਮੌਕੇ ਤੇ ਇਸ ਨੂੰ ਨਾ ਸਿੱਖਾਂ ਵੱਲੋਂ ਰੋਕਿਆ ਹੀ ਜਾਂਦਾ ਹੈ ਅਤੇ ਨਾ ਹੀ ਸਟੇਜ ਵੱਲੋਂ ਇਸ ਨਾਪਾਕ ਅਤੇ ਆਤਮਘਾਤੀ ਗਲਤੀ ਨੂੰ ਸੋਧਿਆ ਹੀ ਜਾਂਦਾ ਹੈ। ਇਸੇ ਲਈ ਹੀ ਖਾਲਸੇ ਦੀ ਸ਼ਤਾਬਦੀ ਮਨਾਉਣ ਲਈ RSS ਨੂੰ ਸਰਕਾਰ ਵੱਲੋਂ ਸੈਂਕੜੇ ਕਰੋੜ ਰੁਪਇਆ ਦਾ ਫੰਡ ਦਿੱਤਾ ਜਾਂਦਾ ਹੈ। ਨਾਨਕਸ਼ਾਹੀ ਕੈਲੰਡਰ ਰੱਦ ਕਰਵਾਇਆ ਜਾਂਦਾ ਹੈ। ਲਿਸਟ ਬਹੁਤ ਲੰਮੀ ਹੈ, ਪਾਠਕ ਜਨ ਸਭ ਜਾਣਦੇ ਹਨ, ਪਰ ਫਿਰ ਵੀ ਗੁੰਮਰਾਹ ਹੋਈ ਜਾਂਦੇ ਹਨ। 1708 ਨੂੰ ਨੰਦੇੜ ਦੀ ਧਰਤੀ ਤੋਂ ਉਸ ਸਥਾਨ ਜਿਸ ਨੂੰ ਹੁਣ ਸਪੁਰਦੇ ਖਾਕ ਖੁਦ ਸਿੱਖਾਂ ਨੇ ਹੀ ਸਿੱਖਾਂ ਪਾਸੋਂ ਕਰਵਾ ਦਿੱਤਾ ਗਿਆ ਹੈ, ਹਾਸਲ ਹੋਈ ਗੁਰਿਆਈ ਦੀ ਗੁਰਤਾ ਪਦਵੀਧਾਰੀ ਸੱਤਾ ਦੀ ਇਸ ਗੁਰਿਆਈ ਦਾ ਨਵੇਕਲਾ ਹੀ ਪੱਖ ਨਿਰਧਾਰਿਤ ਕੀਤਾ ਗਿਆ। ਇਹ ਬ੍ਰਹਿਮੰਡੀ ਕੁਦਰਤੀ ਪਸਾਰੇ ਵਿਚਕਾਰ ਅਕਾਲ ਦੀ ਜੋਤ ਦੇ ਸदैव ਪ੍ਰਕਾਸ਼ਮਾਨ ਰਹਿਣ ਦਾ ਅਚੰਭਿਤ ਕਰ ਦੇਣ ਵਾਲਾ ਪੱਖ ਇਹ ਸੀ ਕਿ ਅਕਾਲ ਦਾ ਹੁਕਮ, ਉਸ ਦੀ ਰਜ਼ਾ, ਉਸ ਦਾ ਸਿਧਾਂਤ ਤੇ ਉਸ ਦਾ ਸ਼ਬਦ ਗੁਰਬਾਣੀ ਵਿੱਚ ਵਸਦਾ ਹੈ, ਜੋ ਅੰਤਿਮ ਹੈ, ਲਿਖਤਬੱਧ ਹੈ, ਪ੍ਰਮਾਣਿਤ ਹੈ ਅਤੇ ਮਨੁੱਖ ਦੀ ਆਤਮਾ ਵਿੱਚ ਸदैव ਪ੍ਰਕਾਸ਼ਮਾਨ ਰਹਿਣ ਵਾਲਾ ਹੈ, ਜਿਸ ਨੂੰ ਸਥਾਪਿਤ ਕਰਨ ਹਿਤ ਉਸ ਦੇ ਹੁਕਮ ਅਤੇ ਰਜ਼ਾ ਅਨੁਰੂਪ ਮਨੁੱਖ ਦਾ ਵਿਵਹਾਰ, ਆਚਰਣ, ਕਿਰਦਾਰ, ਸਮਾਜ, ਸੱਭਿਅਤਾ ਦਾ ਰੋਲ ਮਾਡਲ ਪ੍ਰਗਟ ਕਰਨ ਅਤੇ ਲਾਗੂ ਕਰਨ ਦੀ ਗੁਰਿਆਈ ਦੀ ਜ਼ਿੰਮੇਵਾਰੀ ਸਮੂਹਕ ਰੂਪ ਵਿੱਚ ਅੰਤਿਮ ਤੌਰ ਤੇ ਪੰਥ ਖਾਲਸੇ ਵਿੱਚ ਵਸਦੀ ਹੈ। ਇਹ ਪੰਥ ਖਾਲਸਾ ਸਿਰਫ ਤੇ ਸਿਰਫ ਅਕਾਲੀ ਦਲ ਜਾਂ ਤਖਤ ਜਾਂ ਪੰਜ ਪਿਆਰੇ ਨਹੀਂ ਹਨ। ਇਹ ਵਿਸ਼ਵ ਵਿਆਪੀ ਉਹ ਖਾਲਸਾ ਹੈ ਜਿਸ ਨੇ ਆਪਣਾ ਸਭ ਕੁਝ ਗੁਰੂ ਨੂੰ ਅਰਪਣ ਕਰ ਪਾਹੁਲ ਛਕੀ ਹੈ ਤੇ ਹੁਣ ਕੁਰਹਿਤਾਂ ਦਾ ਧਾਰਨੀ ਨਹੀਂ ਹੈ। ਉਹ ਜਿਸ ਮਰਜ਼ੀ ਸਿਆਸੀ ਜਮਾਤ ਦਾ ਹੋ ਸਕਦਾ ਹੈ। ਸਿਆਸੀ ਤੇ ਇਲਾਕਾਈ ਤੌਰ ਤੇ ਉਹ ਜਿੱਥੇ ਮਰਜ਼ੀ ਵਿਚਰੇ, ਪਰ ਪੰਥਕ ਤੌਰ ਤੇ ਉਸ ਦੀ ਸੋਚ ਸਹਿ ਭੰਗ ਰਹੇ, ਅਕਾਲ ਨਿਮਿਤ ਗੁਰਮਤ ਅਨੁਰੂਪ ਨਿਖਰੇ। ਜਿਵੇਂ ਜੋਤ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੱਡੋ ਅੱਡ ਧਰਮਾਂ ਦੇ ਭਗਤ ਬਿਰਾਜਮਾਨ ਹਨ, ਪਰ ਉਹ ਸਭ ਜੋਤ ਸਰੂਪ ਅਕਾਲ ਨਿਮਿਤ ਇੱਕ ਗੁਰਮਤ ਦੇ ਧਾਰਨੀ ਹਨ। ਇੰਜ ਪੰਥ ਖਾਲਸੇ ਦਾ ਇਹ ਫਰਜ਼ ਨਿਯਤ ਕੀਤਾ ਗਿਆ ਹੈ ਕਿ ਗੁਰਮਤ ਅਨੁਰੂਪ ਬ੍ਰਹਿਮੰਡੀ ਸੰਰਚਨਾ ਕਰਨ ਹਿਤ ਸਰੀਰ ਰੂਪ ਤੋਂ ਖਾਲਸੇ ਨੇ ਆਪਣੀ ਗੁਰਿਆਈ ਦਾ ਪ੍ਰਤੱਖ ਪ੍ਰਗਟਾ ਕਰਨਾ ਹੈ। ਜੋਤ ਗੁਰਬਾਣੀ ਵਿੱਚ ਅਤੇ ਜੁਗਤ ਪੰਥ ਵਿੱਚ। ਇੰਜ ਜੋਤ ਤੇ ਜੁਗਤ ਦੇ ਸੁਮੇਲ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਪੰਥ ਮਹਾਰਾਜ ਜੀ ਨੂੰ ਸਾਂਝੀ ਗੁਰਿਆਈ ਬਖਸ਼ਿਸ਼ ਕੀਤੀ ਗਈ ਹੈ।
ਗੁਰੂ ਡੰਮ ਨੂੰ, ਸੰਤ ਸਾਧ ਮਨਮਤ ਕਰਾਉਣ ਵਾਲੇ ਲਾਣੇ ਨੂੰ, ਨਾਦਰਸ਼ਾਹੀ ਕੁਕਰਮੀ ਸਿਆਸਤ ਚਲਾਉਣ ਵਾਲੇ ਅਕਾਲੀ ਦਲਾਂ ਨੂੰ ਅਤੇ ਤਾਨਾਸ਼ਾਹੀ ਵਰਤਾਉਣ ਵਾਲੀ ਵਿਵਸਥਾ ਦੀ ਬਣਤਰ ਨੂੰ ਇਹ ਗੱਲ ਕਦੇ ਵੀ ਰਾਸ ਨਹੀਂ ਆਈ ਕਿ ਉਸ ਦੀ ਸੱਤਾ ਦੀ ਸਮਾਪਤੀ ਕਰਕੇ ਕੋਈ ਨਿਰਲੇਪ, ਨਿਰਭੈ, ਨਿਰਵੈਰ ਅਤੇ ਅਕਾਲ ਪਰਥਾਏ ਕੋਈ ਸੱਤਾ ਦਾ ਸਰੋਤ ਸਾਹਮਣੇ ਆਵੇ। ਇਸ ਲਈ ਇਹਨਾਂ ਸਾਰਿਆਂ ਨੇ ਰਲ ਕੇ ਸਿਰਫ ਤੇ ਸਿਰਫ ਗੁਰਿਆਈ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਪ੍ਰਚਾਰੀ ਹੈ ਤੇ ਇਸੇ ਤੇ ਹੀ ਜ਼ੋਰ ਲਾਈ ਜਾਂਦੇ ਹਨ, ਜਦ ਕਿ ਇਤਿਹਾਸ ਗਵਾਹ ਹੈ ਕਿ ਗੁਰਤਾ ਦੀ ਜੁਗਤ ਦੀ ਜ਼ਿੰਮੇਵਾਰੀ ਮਿਸਲ ਕਾਲ ਤੱਕ ਸਿੱਖ ਸਮਾਜ ਵਿੱਚ ਅਕਾਲ ਦੇ ਤਖਤ ਦੀ ਸੱਤਾ ਅਤੇ ਹੁਕਮ ਦੇ ਵਰਤਾਰੇ ਲਈ ਪੰਥ ਨਿਭਾਉਂਦਾ ਆਇਆ ਹੈ। ਆਪਣੀ ਇਹ ਜ਼ਿੰਮੇਵਾਰੀ ਪੰਥ ਖਾਲਸਾ ਜਦ ਸ਼੍ਰੀ ਅਕਾਲ ਤਖਤ ਤੇ ਇਕੱਠਾ ਨਹੀਂ ਸੀ ਹੋ ਸਕਦਾ ਤਾਂ ਅਜਿਹੇ ਬਿਖੜੇ ਸਮੇਂ ਵਿੱਚ ਜਲਾਵਤਨੀ ਵਿੱਚ ਵੀ ਆਪਣੀ ਗੁਰਿਆਈ ਦੀ ਜੁਗਤ ਨੂੰ ਹੰਢਾਉਂਦਾ ਅਤੇ ਆਪਣੀ ਪਾਤਸ਼ਾਹੀ ਦੇ ਫਰਜ਼ ਪੂਰੇ ਕਰਦਾ ਆਇਆ ਹੈ। ਮਿਸਲ ਸਮੇਂ ਕਾਲ ਦਾ ਇਤਿਹਾਸ ਇਸ ਨੂੰ ਪ੍ਰਮਾਣਿਤ ਕਰਦਾ ਹੈ। ਇਹ ਖਾਲਸੇ ਦੀ ਸੱਤਾ ਗੁਰੂ ਪੰਥ ਤੋਂ ਅਜਿਹੀਆਂ ਕੁਕਰਮੀ ਤਾਕਤਾਂ ਨੇ ਇਕੱਠੇ ਹੋ ਕੇ ਇੱਕ ਪੀੜ੍ਹੀ ਨੂੰ ਗੁੰਮਰਾਹ ਕਰਕੇ ਖੋਹ ਲਈ ਹੈ। ਇਹੋ ਤਾਕਤਾਂ ਅੱਜ ਵੀ ਸਿੱਖ ਕੌਮ ਵਿੱਚ ਪੂਰੀ ਤਰ੍ਹਾਂ ਮੋਹਰੀ ਕਤਾਰ ਵਿੱਚ ਸਰਗਰਮ ਹਨ ਅਤੇ ਇਹ ਫਿਰ ਦੁਬਾਰਾ ਪੰਥ ਗੁਰੂ ਦੀ ਗੁਰਤਾ ਨੂੰ ਉਧਾਲ ਕੇ ਖਤਮ ਕਰ ਦੇਣ ਦੀ ਆਪਣੀ ਆਖਰੀ ਕੋਸ਼ਿਸ਼ ਵਿੱਚ ਲੱਗੀਆਂ ਹੋਈਆਂ ਹਨ। ਇਸੇ ਕਰਕੇ 2008 ਵਿੱਚ ਕੋਈ ਵੀ ਸਿੱਖ ਵਿਦਵਾਨ, ਸਿੱਖ ਲਿਖਾਰੀ, ਸਿੱਖ ਮੀਡੀਆ, ਸਿੱਖ ਸੰਸਥਾ, ਸਿੱਖਾਂ ਵਿਚਲਾ ਗੁਰੂ ਡੰਮ, ਸੰਤ, ਡੇਰਾਵਾਦੀ, ਤਖਤ, ਗ੍ਰੰਥੀ, ਸ਼੍ਰੋਮਣੀ ਕਮੇਟੀਆਂ, ਸਿੰਘ ਸਭਾਵਾਂ, ਅਕਾਲੀ ਦਲ, ਧਾਰਮਿਕ, ਸਮਾਜਿਕ, ਵਿਦਿਅਕ ਸੰਸਥਾਵਾਂ, ਕਾਰ ਸੇਵਕਾਂ ਦਾ ਦਲ ਅਤੇ ਅੰਮ੍ਰਿਤਧਾਰੀ ਗੁਰਸਿੱਖ ਖੁਦ ਅੱਜ ਇਸ ਗੱਲ ਲਈ ਹਾਲੇ ਤੱਕ ਸਾਹਮਣੇ ਨਹੀਂ ਆਇਆ ਹੈ ਕਿ ਜਿਹੜਾ ਇਹ ਕਹੇ ਕਿ ਸ਼ਤਾਬਦੀ ਸਿਰਫ ਤੇ ਸਿਰਫ ਗੁਰਤਾ ਗੱਦੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਵੱਲੜੇ ਤੌਰ ਤੇ ਨਹੀਂ ਸੀ ਮਨਾਉਣੀ ਚਾਹੀਦੀ। ਇਹ ਸ਼ਤਾਬਦੀ ਗੁਰਤਾ ਗੱਦੀ ਲਈ ਗੁਰੂ ਪੰਥ ਮਹਾਰਾਜ ਦੀ ਵੀ ਹੈ ਤੇ ਉਸ ਨੂੰ ਅਸੀਂ ਕਾਇਮ ਕਰ ਉਸ ਦੀ ਛਤਰ ਛਾਇਆ ਹੇਠਾਂ ਆਉਣਾ ਤੇ ਕੌਮ ਨੂੰ ਲਿਆਉਣਾ ਹੈ ਕਿ ਉਹ ਚੇਤਨ ਸਿੱਖ ਆਪਣੀ ਪੰਥਕ ਗੁਰਿਆਈ ਨੂੰ ਬਚਾਉਣ ਹਿੱਤ ਨਿਤਰਨਗੇ, ਜਿਨ੍ਹਾਂ ਬਾਬਤ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ, ਖਾਲਸਾ ਮੇਰੋ ਸਤਿਗੁਰ ਪੂਰਾ। ਅਤੇ ਪ੍ਰਾਚੀਨ ਪੰਥ ਪ੍ਰਕਾਸ਼ ਦਾ ਲਿਖਾਰੀ ਲਿਖਦਾ ਹੈ, ਧੰਨ ਖਾਲਸੋ ਧੰਨ ਪੰਥ ਭੁਜੰਗੀ, ਰੱਖਿਓ ਬੀਜ ਜਾਣ ਸਿੱਖੀ ਚੰਗੀ। ਏਕ ਸੀਸ ਕਿਆ ਸੋ ਸੀਸ ਤਾਈ, ਹਮ ਸਿੱਖੀ ਨਹਿ ਦੇ ਗਵਾਈ। ਇਤਿਹਾਸਕ ਸੱਚ ਇਹ ਹੈ ਕਿ ਪੰਜ ਪਿਆਰਿਆਂ ਦੇ ਰੂਪ ਵਿੱਚ ਖਾਲਸੇ ਨੂੰ ਗੁਰਿਆਈ 13 ਅਪ੍ਰੈਲ 1699 ਨੂੰ ਹੀ ਮਿਲ ਗਈ ਸੀ, ਜਦ ਗੁਰੂ ਆਪ ਚੇਲਾ ਬਣ ਗਿਆ। ਚਮਕੌਰ ਦੀ ਕੱਚੀ ਗੜੀ ਵਿੱਚ ਖਾਲਸੇ ਦੀ ਗੁਰਿਆਈ ਨੂੰ ਸਰੀਰ ਰੂਪੀ ਗੁਰੂ ਤੇ ਹੁਕਮ ਵਰਤਾਉਣ ਦਾ ਆਰੰਭ ਹੁੰਦਾ ਹੈ, ਪਰ ਗੁਰੂ ਸਰੀਰ ਰੂਪ ਵਿੱਚ ਹਾਜ਼ਰ ਨਾਜ਼ਰ ਹੈ। ਇਸੇ ਲਈ ਗੁਰੂ ਫਿਰ ਖਾਲਸੇ ਦੀ ਦਾਦੂ ਦੀ ਸਮਾਧ ਤੇ ਪ੍ਰੀਖਿਆ ਲੈਂਦਾ ਹੈ। ਖਾਲਸਾ ਪ੍ਰੀਖਿਆ ਵਿੱਚੋਂ ਲੈਣੇ ਵਾਂਗ ਪਾਸ ਹੁੰਦਾ ਹੈ। ਇੰਜ ਇਹ ਸਰੀਰ ਰੂਪੀ ਗੁਰੂ ਦੀ ਗੁਰਿਆਈ ਸੱਚਖੰਡ ਨੰਦੇੜ ਵਿਖੇ 1708 ਨੂੰ ਸੰਪੂਰਨ ਹੋ ਕੇ ਗੁਰੂ ਦਾ ਸਰੀਰ ਪੰਥ ਖਾਲਸਾ ਬਣਦਾ ਹੈ, ਜੋ ਜੁਗਤ ਦਾ ਅਧਿਕਾਰੀ ਹੋ ਗੁਰਿਆਈ ਦੀ ਸੰਪੂਰਨਤਾ ਨੂੰ ਅੰਤਮ ਤੌਰ ਤੇ ਗ੍ਰਹਿਣ ਕਰ ਗੁਰਗੱਦੀ ਤੇ ਸ਼ਬਦ ਰੂਪੀ ਜੋਤ ਦੇ ਹੁਕਮ ਅਧੀਨ ਰਜ਼ਾਈ ਰਹਿਣ ਦੇ ਸੰਕਲਪ ਨਾਲ ਬਿਰਾਜਮਾਨ ਹੁੰਦਾ ਹੈ। ਇਸੇ ਲਈ ਹੀ ਖਾਲਸਾ ਮੇਰੋ ਸਤਿਗੁਰ ਪੂਰਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 371 ਤੇ ਗਵਾਹੀ ਹੈ। ਆਸਾ ਮਹੱਲਾ ਪੰਜਵਾਂ। ਪ੍ਰਥਮੇ ਮਤਾ ਜੀ ਪ੍ਰਤੀ ਚਲਾਵੋ, ਦੁਤੀਏ ਮਤਾ ਦੁਏ ਮਾਨੁਖ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ, ਮਹਾ ਆਨੰਦ ਅਚਿੰਤ ਸਹਿਜਾਇਆ, ਦੁਸ਼ਮਨ ਦੂਤ ਮੋਏ ਸੁਖ ਪਾਇਆ। 1708 'ਚ ਇਹ ਸ਼ਕਤੀ ਹੁਣ ਜੋਤ ਰੂਪ 'ਚ ਗੁਰੂ ਗ੍ਰੰਥ ਜੀ ਅਤੇ ਜੁਗਤ ਸਰੀਰ ਰੂਪ 'ਚ ਗੁਰੂ ਪੰਥ ਵਿੱਚ ਅੰਤਿਮ ਤੌਰ ਤੇ ਸੰਪੂਰਨ ਹੁੰਦੀ ਹੈ। ਹੁਣ ਪੰਥ ਇੱਕ ਅਜਿਹੀ ਰੱਬੀ ਚਾਹਤ ਹੈ ਜਿਸ ਰਾਹੀਂ ਅਕਾਲ ਦੀ ਸੱਤਾ ਦੀ ਸਰਬ ਪੱਖੀ ਬਹਾਲੀ ਹਿੱਤ ਹੁਕਮ ਆਪਣਾ ਰਜ਼ਾ ਵਿੱਚ ਵਿਚਰਦਾ ਹੋਇਆ ਸਹਿ ਭੰਗ ਆਕਾਰ ਗ੍ਰਹਿਣ ਕਰਦਾ ਆਜ਼ਾਦ ਹੈ ਦੀ ਸੁਤੰਤਰਤਾ ਪ੍ਰਾਪਤ ਕਰਦਾ ਹੈ। ਪੰਥ ਦੀ ਸਮੁੱਚੀ ਸਿਰਜਣਾ ਦਾ ਸਾਕਾਰ ਰੂਪ ਹੀ ਵਾਹਿਗੁਰੂ ਦੇ ਅਕਾਲ ਦੇ ਪੰਥ ਦੀ ਸਿਰਜਣਾ ਦਾ ਹੀ ਹੈ। ਜਿਸ ਤਰ੍ਹਾਂ 10 ਗੁਰੂ ਜੋਤ ਦੀ ਇੱਕੋ ਪਰੰਪਰਾ ਰਹੀ ਹੈ, ਠੀਕ ਉਵੇਂ ਹੀ ਸਹਿਕਾਇਆ ਫੇਰ ਪਲਟੀਏ ਦੇ ਸਿਧਾਂਤ ਅਨੁਸਾਰ ਜੋਤ ਦਾ ਇੱਕ ਗੁਰੂ ਸਰੀਰ ਵਿੱਚੋਂ ਵਾਸ ਖਤਮ ਕਰ ਗੁਰੂ ਨੇ ਪੰਥ ਰੂਪੀ ਸਰੀਰ ਵਿੱਚ ਪ੍ਰਵੇਸ਼ ਕਰ ਦਿੱਤਾ ਹੈ। ਇੰਜ ਗੁਰੂ ਜੋਤ ਦਾ ਆਤਮ ਮੰਡਲ ਦ੍ਰਿਸ਼ਟੀਕੋਣ, ਅਨੁਭਵ ਪ੍ਰਕਾਸ਼, ਚਿੰਤਨ, ਆਦਰਸ਼ ਅਤੇ ਸਿਧਾਂਤ ਸੰਪੂਰਨ ਤੌਰ ਤੇ ਗੁਰੂ ਪਰੰਪਰਾ ਅਨੁਸਾਰ ਹੀ ਪੰਥ ਵਿੱਚ ਵਾਸ ਕਰ ਜਾਂਦੇ ਹਨ। ਇਸ
ਗੁਣਾਤਮਕਤਾ ਤੇ ਆਧਾਰਿਤ ਲੋਕਤੰਤਰੀ ਗਣਰਾਜੀ ਗਣਤੰਤਰ ਰਾਹੀਂ ਸਮੂਹਕ ਅਗਵਾਈ ਦੇ ਆਤਮਕ, ਨੈਤਿਕ ਅਤੇ ਸ਼੍ਰੋਮਣੀ ਬੌਧਿਕ ਅਵਸਥਾ ਦੇ ਅਕਾਲੀ ਹੁਕਮ ਦਾ ਜਥੇਬੰਦਕ ਨਾਂ ਹੈ ਪੰਥ, ਜਿਸ ਤੋਂ ਬਗੈਰ ਹੁਣ ਗੁਰੂ ਸੰਪੂਰਨਤਾ ਹਾਸਲ ਨਹੀਂ ਕਰ ਸਕਦਾ। ਪੰਥ ਗੁਰੂ ਦੀ ਦ੍ਰਿੜਤਾ ਅਤੇ ਸੱਤਾ ਹਾਸਲ ਕਰਨੀ ਇਸ ਲਈ ਆਵਸ਼ਕ ਹੀ ਨਹੀਂ, ਸਗੋਂ ਖਾਲਸੇ ਦੇ ਜੀਵਨ ਲਈ ਆਦਿ ਤੱਤ ਹੈ, ਕਿਉਂਕਿ ਇਹ ਗੁਰੂ ਰੂਪ ਹੈ। ਗੁਰੂ ਗ੍ਰੰਥ ਸਾਹਿਬ ਜੀ ਅੰਕ 1369 ਤੇ ਹੁਕਮ ਕਰਦੇ ਹਨ, ਗੁਰ ਬਿਨ ਘੋਰ ਅੰਧਾਰ, ਗੁਰ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰ ਬਿਨ ਮੁਕਤ ਨਾ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰੇ ਰੇ ਮਨ ਮੇਰੇ, ਗੁਰ ਕਰ ਸ਼ਬਦ ਸੰਪੁੰਨ, ਅਗਨ ਘਟੈ ਸਭ ਤੇਰੇ। ਗੁਰ ਨयन ਬੈਣ ਗੁਰ ਗੁਰ ਕਰੋ, ਗੁਰ ਸਤ ਕਵ ਨਲ ਕਹਿ, ਜਿਨ ਗੁਰੂ ਨਾ ਦੇਖਿਓ ਨਹਿ ਕੀਓ ਤੇ ਅਕਥਯ ਸੰਸਾਰ ਮਹਿ। ਇੱਥੇ ਸਾਨੂੰ ਸਪਸ਼ਟ ਹੋ ਲੈਣਾ ਚਾਹੀਦਾ ਹੈ ਕਿ ਸਮੁੱਚੀ ਸੰਗਤ ਜਾਂ ਸਭ ਸਿੱਖਾਂ ਦਾ ਇਕੱਠ ਜਾਂ ਕੋਈ ਹੋਰ ਅਜਿਹਾ ਸਮੂਹ ਪੰਥ ਨਹੀਂ ਹੋ ਸਕਦਾ ਤੇ ਨਾ ਹੀ ਆਪਣੇ ਆਪ ਵਿੱਚ ਪੰਥ ਅਖਵਾ ਸਕਦਾ ਹੈ। ਜਿਵੇਂ ਮੈਂ ਪਹਿਲਾਂ ਕਹਿ ਆਇਆ ਹਾਂ ਕਿ ਸੰਗਤ ਜਾਂ ਸਿੱਖਾਂ ਦੇ ਇਕੱਠ ਵਿੱਚ ਕਕਾਰਾਂ ਦੀ ਭਿੰਨਤਾ ਇਹਨਾਂ ਨੂੰ ਇਸ ਪਦਵੀ ਤੋਂ ਵਰਜਿਤ ਕਰ ਜਾਂਦੀ ਹੈ। ਚੇਤਨ ਖਾਲਸਿਆਂ ਦਾ ਉਹ ਤਿਆਰ ਬਰ ਤਿਆਰ ਅੰਮ੍ਰਿਤਧਾਰੀ ਸਿੰਘਾਂ ਦਾ ਰਹਿਤਵਾਨ ਸਮੂਹ, ਜੋ ਸਰੀਰਕ, ਮਨ, ਸੁੱਧ ਬੁੱਧ, ਕਰਮ, ਨਸਲ, ਜਾਤ, ਸਿਆਸੀ ਅਤੇ ਧਾਰਮਿਕ ਤੌਰ ਤੇ ਚੇਤਨਤਾ ਵਿੱਚ ਨਿਰਲੇਪ ਅਤੇ ਸੁਤੰਤਰ ਹਸਤੀ ਰੱਖਦਾ ਹੈ, ਪਰਮਾਤਮ ਦੇ ਆਤਮ ਮੰਡਲ ਦੀ ਹਸਤੀ ਵਿੱਚ ਅਕਾਲ ਹੋ ਜਿਉਂਦਾ ਹੈ ਅਤੇ ਅਕਾਲ ਦੀ ਸੱਤਾ ਤੋਂ ਸਿਵਾ ਕਿਸੇ ਹੋਰ ਦੀ ਸੱਤਾ ਨੂੰ ਨਹੀਂ ਸਵੀਕਾਰਦਾ, ਹੀ ਪੰਥ ਅਖਵਾ ਸਕਦਾ ਹੈ। ਅਜਿਹਿਆਂ ਵਿੱਚ ਹੀ ਗੁਰੂ ਦਾ ਵਾਸ ਹੁੰਦਾ ਹੈ। ਸੱਤ ਦੀ, ਸੱਤਿਆ ਦੀ ਧਾਰਨੀ ਸੰਪ੍ਰਭੂਤਾ ਪੰਥ ਦੀ ਆਦ ਪਹਿਚਾਣ ਹੈ। ਜੋਤ ਦਾ ਹੁਕਮ ਸ਼ਬਦ ਹੀ ਹੈ, ਪਰ ਇਸ ਦੀ ਪਾਲਣਾ ਕਰਨਾ ਤੇ ਕਰਾਉਣਾ ਤੇ ਇਸ ਦੇ ਗੁਹਜ ਰਹੱਸ ਨੂੰ ਸਮਝਾਉਣ ਵਾਲਾ ਸਰੀਰ ਹੁਣ ਬਦਲ ਕੇ ਪੰਥ ਵਿੱਚ ਸਮੋਹਿਤ ਹੋ ਚੁੱਕਾ ਹੈ, ਜੋ ਜੋਤ ਨੂੰ ਸ਼ਬਦ ਹੁਕਮ ਰਾਹੀਂ ਮਨਵਾ ਕੇ ਲਾਗੂ ਕਰਦਾ ਹੈ। ਇੰਜ ਪੰਥ ਜੋਤ ਅਤੇ ਜੁਗਤ ਨਾਲ ਓਤ-ਪੋਤ ਹੈ, ਇੱਕ ਦੂਜੇ ਵਿੱਚ ਸਮਾਇਆ ਹੋਇਆ ਹੈ। ਇੰਜ ਇਹ ਸਪਸ਼ਟ ਹੈ ਕਿ ਸ਼ਬਦ ਨੇ ਗ੍ਰੰਥ ਦਾ ਅਤੇ ਸੰਗਤ ਨੇ ਪੰਥ ਦਾ ਰੂਪ ਵਟਾ ਕੇ ਗ੍ਰੰਥ ਜੀਵਨ ਦਾ ਆਦ ਸਿਧਾਂਤ ਬਣ ਕੇ ਪੰਥ ਦੇ ਅਮਲ ਦੀ ਜੁਗਤ ਦੇ ਰੂਪ ਵਿੱਚ ਗੁਰਿਆਈ ਹਾਸਲ ਕਰ ਗਿਆ ਹੈ। ਇਸੇ ਸਿਧਾਂਤ ਦਾ ਹੀ ਜ਼ਾਹਿਰਾ ਜ਼ਹੂਰ ਰੂਪ ਹੈ ਗੁਰੂ ਪੰਥ ਦੀ ਤਾਬਿਆ ਸਜਿਆ ਗੁਰੂ ਪੰਥ ਖਾਲਸਾ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਗੁਰਮੂਰਤ ਗੁਰ ਸ਼ਬਦ ਹੈ, ਏਕ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆਂ ਬੁਝਾਏ ਜਿਉ। ਅੰਦਰ ਨਾਮ ਨਿਧਾਨ ਹੈ, ਨਾਮੋ ਪ੍ਰਗਟ ਹੈ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਦੁਈ ਕੁਦਰਤ ਸਾਜੀਐ, ਕਰ ਆਸਣ ਡਿਠੋ ਚਾਉ, ਅਤੇ ਮਨ ਮਹਿ ਜੋਤ, ਜੋਤ ਮਹਿ ਮਨੁਆ, ਪੰਚ ਮਿਲੇ ਗੁਰ ਭਾਈ। ਗੁਰ ਕਾ ਸ਼ਬਦ ਗੁਰ ਥੈ ਟਿਕੈ, ਹੋਰ ਥੈ ਪ੍ਰਗਟ ਨਾ ਹੋਏ। ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ। ਉਪਰੋਕਤ ਤੋਂ ਸਪਸ਼ਟ ਹੈ ਕਿ ਗੁਰੂ ਦੇ ਦੋ ਪੱਖ ਹਨ, ਇੱਕ ਜੋਤ ਅਤੇ ਦੂਜਾ ਜੁਗਤ। ਜੋਤ ਦਾ ਸੰਬੰਧ ਗੁਰਿਆਈ ਦੇ ਸਿਧਾਂਤਕ ਪੱਖ ਨਾਲ ਹੈ ਤੇ ਜੁਗਤ ਦਾ ਸੰਬੰਧ ਵਿਹਾਰਕ ਅਮਲੀ ਪੱਖ ਨਾਲ ਹੈ। ਸਿਧਾਂਤਕ ਪੱਖੋਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਵਿਹਾਰਕ ਪੱਖੋਂ ਗੁਰੂ ਪੰਥ ਖਾਲਸਾ ਹੈ। ਜੋਤ ਉਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀਐ ਦਾ ਇਹੋ ਹੀ ਸਤਿਆ ਹੈ। ਜੋਤ ਪ੍ਰਕਾਸ਼ ਹੈ ਉਸ ਅਕਾਲੀ ਪਰਮ ਸੱਤ ਦੀ ਨਿਰਭਉ ਅਤੇ ਨਿਰਵੈਰ ਸਹਿਭੰਗ ਸ਼ਬਦ ਚਿੰਤਨ ਦਾ, ਜੋ ਅਕਾਲ ਦੀ ਪਰਮ ਸਿੱਧੀ ਵੱਲ ਲੈ ਜਾ ਕੇ ਅਨੰਦ ਭਇਆ ਮੇਰੀ ਮਾਏ ਦੇ ਨਿਹਚਲ ਤਖਤ ਤੇ ਤਿੱਥੇ ਸੋਹਣ ਪੰਜ ਪ੍ਰਵਾਨ ਦੇ ਸੋਦਰ ਤੱਕ ਲੈ ਅੱਪੜਦਾ ਹੈ। ਇਹ ਉਹ ਪ੍ਰਕਾਸ਼ ਹੈ ਜੋ ਅਕਾਲ ਮੂਰਤ ਹੈ, ਅਜੂਨੀ ਹੈ, ਸਹਿਭੰਗ ਹੈ। ਗੁਰਮਤਿ ਅਨੁਸਾਰ ਇਸ ਦੀ ਪ੍ਰਾਪਤੀ ਗੁਰਪ੍ਰਸਾਦ ਰਾਹੀਂ ਹੀ ਸੰਭਵ ਹੈ। ਭਾਈ ਮਥਰਾ ਭੱਟ ਜੀ ਆਪਣੇ ਸਵਈਆਂ ਵਿੱਚ ਸਪਸ਼ਟ ਲਿਖਦੇ ਹਨ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਭਾਈ ਗੁਰਦਾਸ ਜੀ ਆਪਣੀ ਵਾਰ ਵਿੱਚ ਗੁਰ ਆਸ਼ੇ ਨੂੰ ਸਪਸ਼ਟ ਕਰਦੇ ਹਨ, ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਸਿੱਕਾ ਭਾਵ ਕਰੰਸੀ, ਕਰੰਸੀ ਰਾਜ ਦੀ ਨਿਸ਼ਾਨੀ ਹੈ, ਧਰਮ ਦੀ ਨਹੀਂ। ਇਹ ਸਿੱਕਾ ਪਾਤਸ਼ਾਹ ਉਦੋਂ ਹੀ ਆਪਣੀ ਨਿਜ ਦੀ ਟਕਸਾਲ ਤੋਂ ਚਲਾ ਸਕਦਾ ਹੈ ਜਦੋਂ ਉਸ ਬਾਦਸ਼ਾਹ ਨੇ ਆਪਣੀ ਪਾਤਸ਼ਾਹੀ ਦੀ ਰਾਜ ਸੱਤਾ ਕਾਇਮ ਕਰ ਲਈ ਹੋਵੇ। ਗੁਰੂ ਨਾਨਕ ਸਾਹਿਬ ਜੀ ਨੇ ਇੰਜ ਕਰ ਲਿਆ ਤੇ ਉਹਨਾਂ ਦਾ ਨਾਮ ਹੀ ਉਹਨਾਂ ਦੀ ਨਾਨਕ ਸ਼ਾਹੀਅਤ ਸਿੱਖੀ ਦੀ ਕਰੰਸੀ ਬਣ ਗਿਆ। ਇਹ ਖਾਲਸਤਾਈ ਸਿੱਖ ਸੱਭਿਅਤਾ ਦਾ ਆਰੰਭ ਕਰਦਾ ਹੈ।
गुरु गोबिंद सिंह जी ने अपने साजे खालसे नमित ताही हुक्म कीता है, जागत जोत जपै निसबासर, एक बिना मन नेक न आनै। पूਰਨ जोत जगै घट मैं, तब खालस ताहे निखालस जानै। इसे ਲਈ ही नानक गुरमुख पंथ चलाया है, जिस विच नानक शरीर विच जोत है अते कर्म विच पंथ। इसे ਲਈ ही खालसा अकाल तख्त साहिब ते बिराजिया संत भी है ते सिपाही भी। इसे ਲਈ ही पंथ गुरु ग्रंथ दी ताबिया सजिया गुरु भी है ते सिख भी। यह भेद विच अभेदता ही ਸਿੰਘਾਂ दी जीवन जाच दी विलक्षणता है। ਇਹੋ ही निर्गुण ते सरगुण स्वरूप का साक्षात दृश्यमान रूप है जो पूजनीय है। इसे ਲਈ ही गुरु सिख गुरु है, एको गुर उपदेश चलाए। ताही तां इस सिद्धांत नूं दृढ़ करवाउण लई कहा है, सब मैं जोत जोत मैं सोए, तिसदै चानण सब मैं चानण होए। बहुकम गुरु गोबिंद सिंह जी ਅਤੇ गुरगद्दी ਦੀ ਰੀਤ ਮੁਤਾਬਕ ਸਤਿਗੁਰਾਂ ਨੇ ਸਰੀਰ ਛੱਡਣ ਤੋਂ ਪਹਿਲਾਂ ਹੀ ਜੋਤ ਗ੍ਰੰਥ ਵਿੱਚ ਤੇ ਉਸ ਦੀ ਜੁਗਤ ਪੰਥ ਵਿੱਚ ਸਮੋਹਿਤ ਕਰ ਦਿੱਤੀ। ਠੀਕ ਉਵੇਂ ਹੀ ਜਿਵੇਂ ਜੋਤ ਉਹਾਂ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ ਅਤੇ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੇ ਸਹਿ ਟਿਕਾ ਦੇ ਤੋਸ ਜੀਵਦੇ। ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਇਸੇ ਸਿਧਾਂਤ ਦੀ ਹੀ ਵਿਆਖਿਆ ਬਾਰੰਬਾਰ ਕਰਦੇ ਹਨ। ਭਾਈ ਨੰਦ ਲਾਲ ਜੀ ਤੋਸੀਫੇ ਸਨਾ ਵਿੱਚ ਇਸੇ ਗੁਰ ਸਿਧਾਂਤ ਦੀ ਗਵਾਹੀ ਭਰਦੇ ਹਨ। ਇਹ ਨਿਸ਼ਚਿਤ ਹੈ, ਇਹ ਅਟਲ ਹੈ, ਇਹ ਗੁਰ ਸਿਧਾਂਤ ਦੇ ਅਨੁਰੂਪ ਹੀ ਹੈ ਕਿ ਸਾਹਿਬਾਂ ਨੇ ਨੰਦੇੜ ਦੀ ਧਰਤੀ ਤੇ ਅਤੇ ਇਸ ਤੋਂ ਪਹਿਲਾਂ ਚਮਕੌਰ ਦੀ ਧਰਤੀ ਤੇ ਇਸ ਤੋਂ ਵੀ ਪਹਿਲਾਂ ਕੇਸਗੜ੍ਹ ਦੀ ਧਰਤੀ ਅਨੰਦਪੁਰ ਤੇ ਗੁਰਜੁਗਤ ਖਾਲਸੇ ਵਿੱਚ ਪੰਥ ਵਿੱਚ ਧਰ ਦਿੱਤੀ। ਇਹ ਨਿਰਵਿਵਾਦਿਤ ਸੱਚ ਹੈ, ਇਹੋ ਹੀ ਆਦ ਸੱਚ ਹੈ, ਇਹੋ ਹੀ ਸੱਚ ਰਹੇਗਾ। ਦਸਮ ਪਾਤਸ਼ਾਹ ਨੇ ਸਰੀਰ ਰੂਪ ਵਿੱਚ ਜੋਤ ਦੇ ਪਸਾਰੇ ਤੇ ਠੱਲ ਪਾ ਦਿੱਤੀ ਅਤੇ ਗੁਰਜੋਤ ਦਾ ਪਸਾਰਾ ਗ੍ਰੰਥ ਵਿੱਚ ਬਖਸ਼ਿਸ਼ ਕਰ ਦਿੱਤਾ ਹੈ। ਇੰਜ ਖਾਲਸਾ ਗੁਰਤਾ ਦੀ ਜੁਗਤ ਨਾਲ ਇਸ ਧਰਤੀ ਤੇ ਪ੍ਰਗਟ ਹੁੰਦਾ ਹੈ। ਗ੍ਰੰਥ ਪੰਥ ਦੇ ਸਨਮੁਖ ਉਹ ਜੋਤ ਅਤੇ ਜੁਗਤ ਦੇ ਰੂਪ ਵਿੱਚ ਗੁਰਿਆਈ ਧਾਰਨ ਕਰਦਾ ਹੈ। ਇੰਜ ਗ੍ਰੰਥ ਦੇ ਸ਼ਬਦ ਰੂਪ ਦਾ ਹੁਕਮ ਪੰਥ ਦੇ ਪਾਕ ਸਾਫ ਸਰੀਰ ਰੂਪੀ ਸੰਗਠਨ ਰਾਹੀਂ ਅਮਲੀ ਜਾਮਾ ਗ੍ਰਹਿਣ ਕਰਦਾ ਹੈ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਹੁਣ ਪੰਥ ਹੀ ਹੈ ਜੋ ਗ੍ਰੰਥ ਦੇ ਸ਼ਬਦ ਰੂਪੀ ਜੋਤ ਨੂੰ ਜ਼ਬਾਨ ਪ੍ਰਦਾਨ ਕਰਦਾ ਹੈ। ਪੰਥ ਰੂਪੀ ਸੰਗਠਨ ਦਾ ਇਹ ਸੰਤ ਸਿਪਾਹੀ ਖਾਲਸਾ ਹੀ ਹੈ ਜੋ ਗੁਰ ਦੇ ਹੁਕਮ ਦਾ ਪ੍ਰਸਾਰ, ਅਮਲ, ਨਿਰਧਾਰਨ ਅਤੇ ਅਵਤਰਨ ਕਰਨ ਦਾ, ਇਸ ਨੂੰ ਲਾਗੂ ਕਰਵਾਉਣ ਦਾ ਅਤੇ ਇਸ ਮੁਤਾਬਕ ਸੱਭਿਅਤਾ ਦੇ ਵਿਕਾਸ ਦਾ ਗੁਰਧਾਰਨੀ ਗੁਰਗੱਦੀ ਨਸ਼ੀਨ ਇੱਕੋ ਇੱਕ ਵਾਰਸ ਹੈ, ਹੋਰ ਕੋਈ ਨਹੀਂ। ਸਿੱਖੀ ਸੱਭਿਅਤਾ ਦੇ ਵਿਰਸੇ ਵਿੱਚ ਅਜਿਹੇ ਬਥੇਰੇ ਵਾਕਿਆਤ ਹਨ ਜਿਨ੍ਹਾਂ ਤੋਂ ਪੰਥ ਵਿੱਚ ਗੁਰੂ ਦਾ ਵਾਸ ਹਕੀਕੀ ਤੌਰ ਤੇ ਹੈ ਦਾ ਚਮਤਕਾਰੀ ਪ੍ਰਭਾਵ ਦਾ ਪ੍ਰਗਟਾ ਸਹਿਜੇ ਹੀ ਹੁੰਦਾ ਦਿਖਦਾ ਹੈ। ਇਹ ਗੁਰੂ ਦੀ ਪਦਵੀ ਦਾ ਧਾਰਨੀ ਖਾਲਸਾ ਇਸੇ ਲਈ ਹੀ ਪ੍ਰਭੂ ਰਾਜ ਦਾ ਉੱਤਰਾਧਿਕਾਰੀ ਹੈ ਕਿ ਸਰਬਪੱਖੀ ਮਨੁੱਖਤਾ ਦੀ ਭਲਾਈ ਲਈ ਇਹ ਲੋੜੀਂਦੇ ਬੰਦੋਬਸਤ ਆਪ ਕਰ ਸਕੇ ਦਾ ਹੀ ਨਿਰੂਪਣ, ਨਿਰੀਖਣ, ਪਰੀਖਣ ਅਤੇ ਇਸ ਦੀ ਅਮਲੀ ਬਹਾਲੀ ਦੀ ਹੀ ਜ਼ਿੰਮੇਵਾਰੀ ਨਿਭਾਉਂਦਾ ਹੈ ਪੰਥ। ਇਹ ਸਿੱਖ ਧਰਮ ਵਿੱਚ ਸਰਬਪੱਖੀ ਏਕਾਧਿਕਾਰੀ ਹੈ, ਇਹੋ ਨਿਰਣਾਇਕ ਹੈ। ਇਸੇ ਨੇ ਹੀ ਆਪਣੇ ਨਿਰਣਿਆਂ ਨੂੰ ਲਾਗੂ ਕਰਾਉਣ ਦੀ ਵਿਉਂਤ ਗੁੰਦਣੀ ਹੈ। ਜਬ ਪੰਥ ਨਾ ਹੋਗਾ ਤੋ ਗ੍ਰੰਥ ਕੀ ਕੌਣ ਰੱਖੇਗਾ ਲਾਜ ਦੀ ਅਰਦਾਸ ਕਰਨ ਵਾਲਾ ਵੱਡੇ ਘੱਲੂਘਾਰੇ ਤੋਂ ਬਾਅਦ 80% ਸ਼ਹੀਦੀਆਂ ਕਰਵਾਉਣ ਵਾਲੇ ਬਚੇ ਹੋਏ 20% ਗੁਰਸਿੱਖਾਂ ਦੀ ਕੁੱਪਰ ਹੀੜੇ ਦੇ ਮੈਦਾਨ ਵਿੱਚ ਕੀਤੀ ਇਹ ਅਰਦਾਸ ਉਦੋਂ ਇਸੇ ਲਈ ਅਕਾਲ ਨੇ ਸੁਣੀ ਸੀ ਕਿਉਂਕਿ ਉਹ ਆਪਣੀ ਗੁਰਿਆਈ ਦੀ ਜੁਗਤ ਦਾ ਧਾਰਨੀ ਤੇ ਇਸ ਦੇ ਫਰਜ਼ ਨੂੰ ਨਿਭਾਉਣ ਵਾਲਾ ਖਾਲਸਾ ਹੈ। ਉਹ 20% ਗੁਰਸਿੱਖ ਆਪਣੀ ਗੁਰਤਾ ਗੱਦੀ ਨੂੰ ਬਚਾਉਣ ਅਤੇ ਹੰਡਾਉਣ ਲਈ ਸਿਰ ਤੋਂ, ਦਿਮਾਗ ਤੋਂ, ਚੇਤਨ ਬੁੱਧੀ ਤੋਂ ਅਤੇ ਵਿਵੇਕ ਤੋਂ ਸੁਤੰਤਰ ਸਨ ਤੇ ਜਾਣਦੇ ਸਨ ਕਿ ਸ਼ਬਦ ਗੁਰੂ ਵਿੱਚ ਦਰਸਾਏ ਸਿਧਾਂਤਾਂ ਦਾ ਰੋਲ ਮਾਡਲ ਉਹਨਾਂ ਨੇ ਆਪਣੇ ਸਰੀਰਕ ਬਾਹੂਬਲ ਦੇ ਇਸਤੇਮਾਲ ਨਾਲ ਕਾਇਮ ਕਰਨਾ ਹੈ। ਇਸ ਹਿੱਤ ਸਰੀਰ ਰੂਪ ਵਿੱਚ ਗੁਰਿਆਈ ਪੰਥ ਗੁਰੂ ਨੇ ਬਾਖੂਬੀ ਨਿਭਾਈ। ਇਸ ਪ੍ਰਤੱਖ ਅਤੇ ਨਿਗਰ ਸੋਚ ਕਰਕੇ ਹੀ ਅਕਾਲ ਨੇ ਉਹਨਾਂ 20% ਬਚੇ ਹੋਏ ਬੱਚਿਆਂ, ਬਜ਼ੁਰਗਾਂ ਤੇ ਆਪਣੀ ਅਸੀਮ ਕਿਰਪਾ ਤੇ ਬਖਸ਼ਿਸ਼ ਕਰਕੇ ਸਰੀਰ ਰੂਪ ਵਿੱਚ ਖਾਲਸੇ ਦੀ ਗੁਰਤਾ ਗੱਦੀ ਨੂੰ ਪ੍ਰਵਾਨਦੇ ਹੋਏ ਅਕਾਲ ਪੁਰਖ ਨੇ ਆਪਣੀ ਸੱਤਾ ਦੀ ਸਥਾਪਨਾ ਹਿੱਤ ਅੰਤਮ ਸ਼ਕਤੀ ਦਿੰਦੇ ਹੋਏ ਸਿਰਫ ਤੇ ਸਿਰਫ 7 ਸਾਲਾਂ ਦੇ ਅੰਦਰ ਹੀ ਅੰਦਰ ਲਾਹੌਰ ਦੇ ਕਿਲੇ ਤੇ ਕੇਸਰੀ ਨਿਸ਼ਾਨ ਫਹਿਰਾ ਕੇ ਸਰਕਾਰੇ ਖਾਲਸਾ ਕਾਇਮ ਕਰਵਾ ਦਿੱਤੀ।
ਦੁਨੀਆ ਵਿੱਚ ਇਕੱਲਾ ਪੰਜਾਬ ਦਾ ਇਹ ਖਿੱਤਾ ਹੀ ਹੈ ਜਿੱਥੇ ਸਟੇਟ ਸਰਕਾਰੇ ਖਾਲਸਾ ਵਿੱਚ ਵਾਸ ਕਰਦੀ ਹੈ। ਸਰਕਾਰੇ ਖਾਲਸਾ ਸਟੇਟ ਵਿੱਚ ਪ੍ਰਗਟ ਨਹੀਂ ਹੁੰਦਾ। ਇਹ ਅਕਾਲ ਦਾ ਸਿਧਾਂਤ ਭੂਗੋਲਿਕ ਖਿੱਤੇ ਦਾ ਗੁਲਾਮ ਨਹੀਂ ਹੈ, ਸਗੋਂ ਭੂਗੋਲਿਕ ਖਿੱਤਾ ਸਰਕਾਰੇ ਖਾਲਸਾ ਲਈ ਤਰਸਦਾ ਹੈ। ਇਹ ਨਾ ਤਾਂ ਕਿਸੇ ਸੰਤ ਨੇ ਕੀਤਾ, ਨਾ ਕਿਸੇ ਸਾਧ ਨੇ, ਨਾ ਕਿਸੇ ਡੇਰੇਦਾਰ ਨੇ, ਨਾ ਚੋਲਿਆ ਪਾਉਣ ਵਾਲਿਆਂ ਨੇ, ਤੇ ਨਾ ਹੀ ਅੱਜ ਕੱਲ੍ਹ ਵਰਗੀਆਂ ਗੋਲ ਪੱਗਾਂ ਸਜਾਉਣ ਵਾਲਿਆਂ ਨੇ, ਅਤੇ ਨਾ ਹੀ ਅਕਾਲੀ ਦਲ ਅਖਵਾਉਣ ਵਾਲੀਆਂ ਡਾਰਾਂ ਨੇ। ਇਹ ਕੰਮ ਨਿਰੋਲ ਗੁਰਸਿੱਖ ਪੰਥ ਖਾਲਸੇ ਨੇ ਕੀਤਾ ਹੈ। ਨਾ ਤਾਂ ਉਸ ਵਕਤ ਅੱਜ ਕੱਲ੍ਹ ਵਰਗੇ ਸੰਤ ਸਨ, ਨਾ ਸਾਧ, ਨਾ ਡੇਰੇਦਾਰ, ਅਤੇ ਨਾ ਹੀ ਉਹਨਾਂ ਦੀਆਂ ਭੇਡੂਆਂ ਦੇ ਇੱਜੜਾਂ ਨੇ। ਸ਼ਾਇਦ ਉਦੋਂ ਜੇ ਇਹ ਲੋਕ ਹੁੰਦੇ ਤਾਂ ਗੁਰਾਈ ਹਿੱਤ ਹਜ਼ਾਰਾਂ ਮੰਜੀਆਂ ਡੱਠੀਆਂ ਹੁੰਦੀਆਂ। ਜਿਵੇਂ ਅੱਜ ਕੱਲ੍ਹ ਇਹ ਸਾਰੇ ਦੇ ਸਾਰੇ ਸੰਤ ਸਾਧ ਆਪੋ ਆਪਣੇ ਵਡੇਰਿਆਂ ਨੂੰ ਗੁਰੂ ਬਣਾਉਣ ਹਿੱਤ ਆਪੋ ਆਪਣੀ ਮਰਿਆਦਾ, ਸੰਸਥਾ ਤੇ ਸੋਚ ਨਾਲ ਸਿੱਖ ਆਵਾਮ ਨੂੰ ਗੁਰਮਤ ਤੋਂ ਜੁਦਾ ਕਰਕੇ ਦਿਮਾਗੀ ਤੌਰ ਤੇ ਆਪਣੇ ਗੁਲਾਮ ਬਣਾ ਚੁੱਕੇ ਹਨ, ਸਿੱਖਾਂ ਦਾ ਬ੍ਰੇਨ ਵਾਸ਼ ਕਰ ਚੁੱਕੇ ਹਨ। ਸਿੱਖ ਕੌਮ ਵਿਚਲੀ ਗੁਲਾਮੀਅਤ ਵਾਲੀ ਗੁਲਾਮ ਚੇਤਨਾ ਦਾ ਇਹ ਪ੍ਰਤੱਖ ਪ੍ਰਮਾਣ ਹੈ ਕਿ ਅੱਜ ਸਿੱਖ ਸਮੂਹਕ ਤੌਰ ਤੇ ਆਪਣੇ ਆਪ ਨੂੰ ਖੁਦ ਤਖਤ ਤੋਂ ਉਤਾਰ ਕੇ ਰਾਜਨੀਤਿਕ ਧਾਰਮਿਕ ਦਲਾਂ ਅਤੇ ਸੰਤ ਸਾਧ, ਲੀਡਰ ਅਤੇ ਧੜੇ ਦਾ ਆਪਣੀ ਇੱਛਾ ਨਾਲ ਜ਼ਰ ਖਰੀਦ ਗੁਲਾਮ ਬਣ ਕੇ ਜੀ ਰਿਹਾ ਹੈ। ਜਿਨ੍ਹਾਂ ਨੇ ਸਿੱਖ ਆਵਾਮ ਦੀ ਅਜਿਹੀ ਹਾਲਤ ਕਰ ਦਿੱਤੀ ਹੈ, ਉਹ ਕੁਕਰਮੀ ਅਨਸਰ ਮੁਸ਼ਕੀਆਂ ਮਾਰ ਕੇ ਗੁਰਮਤ ਦਾ ਭੋਗ ਪੁਆ ਕੇ ਖੁਦ ਸਿੱਖ ਆਵਾਮ ਤੋਂ ਹੀ ਉਸ ਦੀ ਗੁਰਿਆਈ ਦੀ ਗੁਰਤਾ ਗੱਦੀ ਦਾ ਸੰਸਕਾਰ ਕਰਵਾ ਰਿਹਾ ਹੈ। ਕਿ ਸਿੱਖ ਅਤੇ ਪੰਥ ਖਾਲਸਾ ਸਮਾਂ ਰਹਿੰਦੇ ਹਾਲੇ ਵੀ ਆਪਣੇ ਵੱਲੋਂ ਕੀਤੀ ਜਾ ਰਹੀ ਇਸ ਗਲਤੀ ਨੂੰ ਸੁਧਾਰਨ ਦੇ ਯਤਨ ਕਰੇਗਾ? ਗੁਰੂ ਗ੍ਰੰਥ ਸਾਹਿਬ ਜੀ ਨਾਲ ਪੰਥ ਖਾਲਸੇ ਦੀ ਗੁਰਿਆਈ ਨੂੰ ਸਥਾਪਿਤ ਕਰੇਗਾ? ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਮੁਖੀ ਆਚਰਣ ਅਤੇ ਗੁਰਮੁਖੀ ਮਾਤ ਭਾਸ਼ਾ ਹਿੱਤ, ਗੁਰਮਤ ਸੱਭਿਅਤਾ ਅਤੇ ਸਰਕਾਰ ਦੀ ਸਥਾਪਨਾ ਹਿੱਤ, ਆਪਣੀ ਗੁਰਿਆਈ ਨੂੰ ਹੰਡਾਉਣ ਹਿੱਤ ਗੜਗੱਜ ਖਾਲਸੇ ਵਜੋਂ ਗੜਕ ਕੇ ਹੁਲਾਰੇ ਮਾਰਦਾ ਤਖਤ ਤੇ ਬਿਰਾਜਮਾਨ ਹੋਵੇਗਾ? ਪੰਥ ਖਾਲਸੇ ਦੇ ਭਵਿੱਖ ਦਾ ਨਿਰਧਾਰਨ ਪੰਥ ਖਾਲਸੇ ਵੱਲੋਂ ਦਿੱਤੇ ਜਾਣ ਵਾਲੇ ਇਸ ਜਵਾਬ ਵਿੱਚੋਂ ਹੀ ਨਿਕਲੇਗਾ, ਜਿਸ ਦੀ ਮੇਰੇ ਵਰਗਾ ਹਰ ਇੱਕ ਸਿੱਖ ਪੰਥ ਖਾਲਸੇ ਨੂੰ ਗੁਰਤਾ ਗੱਦੀ ਤੇ ਬਿਠਾਉਣ ਹਿੱਤ ਆਪਣਾ ਸਭ ਕੁਝ ਲੁਟਾਉਣ ਲਈ ਤਿਆਰ ਬਰ ਤਿਆਰ ਖਾਲਸਾ ਇੰਤਜ਼ਾਰ ਵਿੱਚ ਹੈ। ਸਿੱਖ ਕੌਮ ਵਿੱਚ ਅੰਦਰੂਨੀ ਤੌਰ ਤੇ ਜਿਤਨੀਆਂ ਵੀ ਗੁਰਮਤ ਤੋਂ ਵਿਪਰੀਤ ਅਲਾਮਤਾਂ ਪੈਦਾ ਹੋ ਚੁੱਕੀਆਂ ਹਨ, ਉਹਨਾਂ ਸਭਨਾਂ ਦਾ ਇੱਕੋ ਇੱਕ ਕਾਰਗਰ ਅਤੇ ਸਿੱਧਾ ਇਲਾਜ ਇਹੋ ਹੈ, ਪੰਥ ਖਾਲਸੇ ਦੀ ਗੁਰਿਆਈ ਨੂੰ ਜੁਗਤ ਰੂਪ ਵਿੱਚ ਹੰਡਾਉਣ ਹਿੱਤ ਪੰਥ ਖਾਲਸੇ ਨੂੰ ਸਮਰੱਥ ਬਣਾਇਆ ਜਾਵੇ ਅਤੇ ਸਰੀਰ ਰੂਪ ਵਿੱਚ ਅਗਵਾਈ ਦੇਣ ਹਿੱਤ ਪੰਥ ਨੂੰ ਅਕਾਲ ਤਖਤ ਤੇ ਬਿਰਾਜਮਾਨ ਕਰਕੇ ਗੁਰਮਤੇ ਸੋਧ ਕੇ ਉਹਨਾਂ ਗੁਰਮਤਿਆਂ ਨੂੰ ਲਾਗੂ ਕਰਵਾਉਣ ਹਿੱਤ ਹਕੀਕੀ ਰੂਪ ਵਿੱਚ ਸਰੀਰਕ ਤੌਰ ਤੇ ਸਰਬ ਸ਼ਕਤੀਮਾਨ ਕੀਤਾ ਜਾਵੇ। ਇੰਜ ਕੀਤਿਆਂ ਹੀ ਸਿੱਖਾਂ ਵਿੱਚ ਪੈਦਾ ਹੋਈਆਂ ਸਾਰੀਆਂ ਹੀ ਮਨਮਤਾਂ, ਗਲਤੀਆਂ ਅਤੇ ਗੁਰਮਤ ਤੋਂ ਵਿਪਰੀਤ ਧਾਰਨਾਵਾਂ ਇੱਕ ਮੁੱਢੋਂ ਹੀ ਖਤਮ ਹੋਣਗੀਆਂ। ਸੰਨ 2008 ਸਿੰਬਾਲਿਕ ਤੌਰ ਤੇ ਕਾਰਗਰ ਵਰ੍ਹਾ ਸੀ, ਕਿਉਂਕਿ ਇਹ ਵਰ੍ਹਾ ਪੰਥ ਨੂੰ ਗੁਰਿਆਈ ਬਖਸ਼ਿਸ਼ ਹੋਣ ਤੋਂ ਬਾਅਦ ਅੰਤਿਮ ਤੌਰ ਤੇ ਪੰਥ ਗੁਰੂ ਦੀ ਸੰਪੂਰਨਤਾ ਨਾਲ ਸਿੱਖੀ ਦੇ ਵਿਹੜੇ ਵਿੱਚ ਬਿਰਾਜਮਾਨ ਕਰਨ ਦੀ 300 ਸਾਲਾ ਸ਼ਤਾਬਦੀ ਦਾ ਵਰ੍ਹਾ ਹੈ, ਜਿਸ ਨੂੰ ਅਸੀਂ ਖੁੰਝਾ ਦਿੱਤਾ ਹੈ। ਸਿੱਖ ਕੌਮ ਦੀ ਇਹ ਕਿੰਨੀ ਵੱਡੀ ਤਰਾਸਦੀ ਹੈ ਕਿ ਸਿੱਖ ਕੌਮ ਦਾ ਬੌਧਿਕ ਵਰਗ ਆਪਣੇ ਗੁਰੂਆਂ ਵੱਲੋਂ ਸਥਾਪਿਤ ਕੀਤੀਆਂ ਰਾਜਨੀਤਿਕ, ਆਰਥਿਕ, ਸਮਾਜਿਕ, ਕੁਦਰਤੀ ਸੱਭਿਅਤਾ ਦੇ ਉਸ ਨਵੇਕਲੇ ਅਖੰਡ ਅਕਾਲ ਦੇ ਖਾਲਸਤਾਈ ਸਿਧਾਂਤ ਨੂੰ ਪ੍ਰਗਟ ਕਰਨ ਵਿੱਚ ਅਸਫਲ ਰਿਹਾ ਹੈ। ਇਸ ਤੋਂ ਵੀ ਵੱਧ ਖੁਦ ਉਸ ਦਾ ਮੋਹਰੀ ਮੁਖਾਲਫਤ ਕਰਨ ਵਾਲਾ ਵਿਰੋਧੀ ਬਣ ਖੜਿਆ ਹੈ। ਇਹ ਉਹ ਸਥਿਤੀ ਹੈ ਜਿੱਥੇ ਆਪਣੀ ਹੀ ਹੋਂਦ ਤੋਂ ਮੁਨਕਰ ਹੋ ਕੇ ਜੀਵ ਬੇਗਾਨਾ ਬਣ ਖੜਦਾ ਹੈ। ਅੱਜ ਸੋਚਣ ਵਾਲੀ ਗੱਲ ਅਤੇ ਅਮਲ ਕਰਨ ਵਾਲੀ ਗੱਲ ਸਿੱਖਾਂ ਲਈ ਇਹ ਹੈ ਕਿ ਇਸ ਬ੍ਰਹਿਮੰਡ ਵਿੱਚ ਛੋਟੇ-ਛੋਟੇ ਧੜਿਆਂ, ਗਰੁੱਪਾਂ, ਨਸਲਾਂ, ਧਰਮਾਂ, ਫਿਰਕਿਆਂ, ਮਜ਼ਹਬਾਂ, ਇਲਾਕਿਆਂ, ਰੰਗਾਂ ਅਤੇ ਲਿੰਗ ਭੇਦ ਵਿੱਚ ਵੰਡੀ ਜਾ ਚੁੱਕੀ ਮਨੁੱਖਤਾ ਤੇ ਜੀਵਨ ਨੂੰ ਇਹਨਾਂ ਵੰਡੀਆਂ ਤੋਂ ਮੁਕਤ ਕਰਾਇਆ ਜਾਵੇ। ਇੱਕ ਅਕਾਲ ਜੋਤ ਨਾਲ ਜੋੜਨ ਵਾਲੀ ਸਥਾਪਿਤ ਕੀਤੀ ਹੋਈ ਪ੍ਰਣਾਲੀ ਸਿੱਖ ਸੱਭਿਅਤਾ ਅਤੇ ਰਾਜ ਦੇ ਅਕਾਲ ਪ੍ਰਥਾਏ ਹੁਕਮ ਅਤੇ ਰਜ਼ਾ ਵਿੱਚ ਲਾਗੂ ਕਰਨ ਕਰਾਇਆ ਜਾਵੇ। ਗੁਰਮਤ ਪ੍ਰਣਾਲੀ ਦੇ ਸੰਸਥਾਪਕ, ਮਹਾਵਿਗਿਆਨੀ, ਲੋਕ ਨਾਇਕ ਅਤੇ ਕੁਦਰਤੀ ਮਹਾਰਾਜਾ ਸਤਿਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਨੂੰ ਸਿੱਖ ਰੂੜੀਵਾਦੀ ਸੰਕੀਰਣਤਾ ਨੇ ਅਨਮਤੀ ਪ੍ਰਭਾਵ ਅਧੀਨ ਕੇਵਲ ਤੇ ਕੇਵਲ ਧਰਮ ਦੇ ਰੂੜੀਵਾਦੀ ਪ੍ਰਥਾ ਵਿਚਲੇ ਕੁੱਜੇ ਵਿੱਚ ਕੈਦ ਕਰਕੇ ਰੱਖ ਦਿੱਤਾ ਹੈ। ਇਸ ਕੈਦ ਤੋਂ ਨਾਨਕ ਸ਼ਾਹੀਅਤ ਨੂੰ ਆਜ਼ਾਦ ਕਰਵਾਇਆ ਜਾਵੇ। ਇਸ ਆਜ਼ਾਦੀ ਦੇ ਨਾਅਰੇ ਨਹੀਂ, ਸਗੋਂ ਹਕੀਕੀ ਸਥਾਪਤੀ ਕਰਵਾਈ ਜਾਵੇ।
ਉੱਤੋਂ ਤਰਾਸਦੀ ਇਹ ਕਿ ਖਾਲਿਸਤਾਈ ਵਰਸਾਏ ਵਿਰਸੇ ਦੀ ਖਾਲਿਸਤਾਨੀ ਪ੍ਰਣਾਲੀ ਨੂੰ ਵਿਕਸਿਤ ਕਰਨਾ ਅਪਣਾਉਣਾ ਤਾਂ ਦੂਰ ਦੀ ਗੱਲ, ਸਗੋਂ ਗੁਰ ਸਿਧਾਂਤ ਨੂੰ ਵੀ ਇਸ ਦੇ ਖਿਲਾਫ ਵਿਆਖਿਅਤ ਕਰਨ ਦਾ ਉਪਰੋਕਤ ਲੋਕ ਕੁਕਰਮ ਕਰਨ ਲੱਗ ਪਏ ਹਨ। ਹੀਣ ਭਾਵਨਾ, ਭੈ ਭੀਤ ਹੋਣਾ, ਡਰਨਾ ਅੱਡ ਗੱਲ ਹੈ। ਇਹ ਤਾਂ ਆਪਣੀ ਹੋਂਦ ਤੋਂ ਹੀ ਮੁਨਕਰ ਹੋ ਕੇ ਅਕਾਲ ਦੇ ਸਿਧਾਂਤ ਤੋਂ ਬਾਗੀ ਹੋਣਾ ਹੈ, ਜਦ ਕਿ 239 ਸਾਲਾਂ ਦੇ ਗੁਰਤਾ ਜੀਵਨ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਕੁਦਰਤ ਨੂੰ ਸਮਝਣ ਵਾਲਾ, ਕੁਦਰਤ ਨੂੰ ਸਮਝਾਉਣ ਵਾਲਾ, ਦੂਜਾ ਕੁਦਰਤ ਦੇ ਨਿਯਮਾਂ ਦਾ ਮਨੁੱਖੀ ਬੁੱਧੀ ਤੱਕ ਫਾਰਮੂਲਾ ਪੱਧਰ ਤੇ ਪ੍ਰਗਟਾ ਕਰਨ ਵਾਲਾ, ਤੀਜਾ ਕੁਦਰਤੀ ਨਿਜ਼ਾਮ ਦੇ ਹੁਕਮ ਨੂੰ ਆਪਣੀ ਵਿਕਸਿਤ ਕੀਤੀ ਅਕਾਲ ਨਸਲ ਦੀ ਸੱਭਿਅਤਾ ਨਾਲ ਜੋੜ ਕੇ ਇੱਕਸਾਰ ਰਜਾ ਵਿੱਚ ਲਾਗੂ ਕਰਨ ਵਾਲਾ, ਚੌਥਾ ਮਹਾਵਿਗਿਆਨੀ ਅਤੇ ਮਹਾਨਾਇਕ ਦੁਨੀਆ ਦੀ ਪਹਿਲੀ ਵਾਰ ਅਕਾਲ ਦੀ ਨਸਲ ਦੀ ਹੋਂਦ ਨਾਲ ਬ੍ਰਹਿਮੰਡ ਅਤੇ ਖਾਸ ਤੌਰ ਤੇ ਮਨੁੱਖ ਨੂੰ ਜੋੜ ਕੇ ਉਸ ਦੀ ਸੱਭਿਅਤਾ ਦੇ ਨਕਸ਼ ਨੁਹਾਰ ਏਕ ਨੂਰ ਤੋਂ ਉਪਜੀ ਖਾਲਿਸਤਾਈ ਪ੍ਰਤੱਖ ਕਰਦਾ ਹੈ। ਪੰਜਵਾਂ ਸਮਾਜਿਕ, ਰਾਜਨੀਤਿਕ, ਧਾਰਮਿਕ ਅਤੇ ਆਰਥਿਕ ਤੰਤਰ ਦੀ ਸੱਤਾ ਦਾ ਨਿਰਧਾਰਨ ਲਿਖਤਬੱਧ ਸਿਧਾਂਤ ਨਾਲ ਕਰਦਾ ਹੈ। ਛੇਵਾਂ ਇਤਨਾ ਹੀ ਨਹੀਂ, ਉਹ ਦੁਨੀਆ ਵਿੱਚ ਪਹਿਲੀ ਵਾਰ ਸੱਤਾ ਦੇ ਸਰਵਪੱਖੀ ਨਿਰਧਾਰਨ ਲਈ ਜ਼ਾਬਤਾ ਪ੍ਰਗਟ ਕਰਦਾ ਹੈ। ਸੱਤਵਾਂ ਦੁਨੀਆ ਵਿੱਚ ਲਿਖਤਬੱਧ ਅਜਿਹੇ ਅਕਾਲ ਨਸਲ ਪ੍ਰਥਾਏ ਰਾਜ ਨੂੰ, ਸੱਭਿਅਤਾ ਨੂੰ, ਸੱਭਿਆਚਾਰ ਨੂੰ, ਬ੍ਰਹਿਮੰਡੀ ਕੁਦਰਤੀ ਵਿਕਾਸ ਨੂੰ ਖਾਲਿਸਤਾਈ ਦਾ ਨਾਮ ਦੇ ਕੇ ਇਸ ਦੀ ਪ੍ਰਣਾਲੀ ਹਿੱਤ ਸਰਕਾਰੇ ਖਾਲਸਾ ਦਾ ਖਾਲਿਸਤਾਨੀ ਸੰਕਲਪ ਦਿੰਦਾ ਹੈ। ਅੱਠਵਾਂ ਇੰਜ ਸਮੁੱਚੇ ਸੰਸਾਰ ਵਿੱਚ ਪਹਿਲੀ ਵਾਰ ਲਿਖਤਬੱਧ ਲੋਕਤੰਤਰ ਦਾ ਗੁਣਤੰਤਰੀ ਸਿੱਖ ਗਣਰਾਜ ਅਧੀਨ ਵਿਕਾਸ ਹੁੰਦਾ ਹੈ। ਆਪਣੀ ਇਸੇ ਵਿਸ਼ੇਸ਼ਤਾ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਵੱਲੋਂ ਘੜੇ ਆਪਣੇ ਇਸੇ ਸ਼੍ਰੋਮਣੀ ਆਧਾਰ ਨੂੰ ਸਿੱਖ ਬੌਧਿਕਤਾ ਖੁਦ ਸਵੀਕਾਰ ਹੀ ਨਹੀਂ ਕਰ ਸਕੀ ਹੈ। ਗੁਲਾਮ ਮਾਨਸਿਕਤਾ ਦੀ ਸ਼ਿਕਾਰ ਸਿੱਖ ਬੌਧਿਕਤਾ ਨੇ ਇਸੇ ਲਈ ਗੁਰੂ ਨਾਨਕ ਤੋਂ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਗੁਰਤਾ ਤੱਕ ਦੇ ਪ੍ਰਤੱਖ ਗੁਰਮੁਖੀ ਭਾਸ਼ਾ ਅਧੀਨ ਗੁਰਮਤ ਸੱਭਿਅਤਾ ਦੇ ਨਸਲੀ ਵਿਕਾਸ ਨੂੰ ਅਕਾਲ ਨਮਿਤ ਸਵੀਕਾਰਨ ਦੀ ਬਜਾਏ ਹੁਣੇ ਤੱਕ ਉਸ ਤੋਂ ਤੋੜਨ ਦੇ ਹੀ ਯਤਨ ਕੀਤੇ ਹਨ। ਇਹ ਗੱਦਾਰੀ ਨਹੀਂ ਤਾਂ ਹੋਰ ਕੀ ਹੈ। ਉੱਪਰੋਂ ਸਤਮ ਇਹ ਹੈ ਕਿ ਇਸ ਨੂੰ ਲਗਾਤਾਰ ਪੀੜਾ ਕਰਨ ਹਿੱਤ ਇਹ ਲੋਕ ਮਨਮਤ ਦਾ ਪਸਾਰਾ ਕਰਨ ਵਾਲੇ ਪੰਥ ਧਰੋਹੀ ਤਾਕਤਾਂ ਨਾਲ ਰਲ ਗੱਡ ਕਰਕੇ ਪੰਥ ਵਿੱਚ ਧਰਮ, ਸਮਾਜ ਅਤੇ ਰਾਜਨੀਤਿਕ ਸੱਤਾ ਤੇ ਕਾਬਜ ਹੋ ਕੇ ਲਗਾਤਾਰ ਪੰਥ ਵਿਰੋਧੀ ਧਰੋਹ ਕਮਾ ਰਹੇ ਹਨ, ਜਿਨ੍ਹਾਂ ਨੂੰ ਅੱਜ ਸੁਚੇਤ ਖਾਲਸੇ ਵੱਲੋਂ ਪਛਾੜਨ ਦੀ ਸਭ ਤੋਂ ਪਹਿਲੀ ਸ਼੍ਰੋਮਣੀ ਲੋੜ ਹੈ। ਸੰਦਰਭ ਅਧੀਨ ਵਿਸ਼ੇ ਦਾ ਸ਼੍ਰੋਮਣੀ ਪੱਖ ਇੱਕੋ ਇੱਕ ਇਹ ਹੈ ਕਿ ਸਿੱਖ ਹੁਣ ਫਿਰ 2008 ਵਿੱਚ ਫਿਰ ਗਲਤੀ ਕਰ ਗਏ ਹਨ। ਇੱਕ ਅਜਿਹੀ ਗਲਤੀ ਜਿਹੜੀ ਪੰਥ ਖਾਲਸੇ ਦੀ ਗੁਰਤਾ ਹੋਂਦ ਨੂੰ ਭਵਿੱਖ ਵਿੱਚ ਖਤਮ ਕਰਾਉਣ ਹਿੱਤ ਮਿਸਾਲ ਵਜੋਂ ਅਤੇ ਆਧਾਰ ਵਜੋਂ ਪ੍ਰਮੁੱਖਤਾ ਨਾਲ ਵਰਤੀ ਜਾਵੇਗੀ। ਪੰਥ ਦੇ ਨਾਮ ਤੇ ਕੀਤੀ ਜਾਣ ਵਾਲੀ ਇਸ ਗਲਤੀ ਤੋਂ ਸੁਚੇਤ ਖਾਲਸੇ ਵੱਲੋਂ ਹਰ ਪੱਧਰ ਦੀ ਲੀਡਰਸ਼ਿਪ ਨੂੰ ਰੋਕਿਆ ਜਾਵੇ। ਅਗਰ ਉਹ ਨਾ ਰੁਕਣ ਤਾਂ ਉਹਨਾਂ ਨੂੰ ਪੰਥਕ ਸਫਾ ਤੋਂ ਬਾਹਰ ਖਦੇੜ ਦਿੱਤਾ ਜਾਵੇ। ਇਹ ਪੰਥ ਖਾਲਸੇ ਵਿੱਚ ਗੁਰਤਾ ਗੱਦੀ ਦੇ ਜੋਤ ਅਤੇ ਜੁਗਤ ਦੇ ਸਾਂਝੇ ਸਿਧਾਂਤ ਨੂੰ ਬਚਾਉਣ ਹਿੱਤ ਅਤੇ ਸਰੀਰ ਰੂਪ ਵਿੱਚ ਗੁਰੂ ਪੰਥ ਖਾਲਸੇ ਨੂੰ ਮੁੜ ਤਖਤ ਤੇ ਬਿਰਾਜਮਾਨ ਕਰ ਸ਼ਬਦ ਗੁਰੂ ਤੋਂ ਸੇਧ ਲੈ ਕੇ ਗੁਰਮਤ ਸਿਧਾਂਤ ਵਿੱਚ ਹੁਕਮ ਕਰਨ, ਹੁਕਮ ਨੂੰ ਵਰਤਾਉਣ ਅਤੇ ਹੁਕਮ ਨੂੰ ਲਾਗੂ ਕਰਾਉਣ ਦੇ ਸਮਰੱਥ ਬਣਾਇਆ ਜਾ ਸਕੇ, ਤਾਂ ਜੋ ਗੁਰਮਤ ਦੇ ਸੰਕਲਪ ਖਾਲਿਸਤਾਈ ਆਧੁਨਿਕ ਪਰਿਭਾਸ਼ਾ ਵਿੱਚ ਖਾਲਿਸਤਾਨੀ ਰੋਲ ਮਾਡਲ ਹਿੱਤ ਵਿਕਾਸ ਹੋ ਸਕੇ। ਹੁਣ ਸਮਾਂ ਆ ਗਿਆ ਹੈ ਕਿ ਆਮ ਸਿੱਖ ਸਮੁਦਾਇ ਅਤੇ ਲੋਕ ਜਨ ਇਹ ਕਹਿ ਕੇ ਪੱਲਾ ਝਾੜਨ ਦੀ ਆਪਣੀ ਨਿਪੁੰਸਕ ਪ੍ਰਵਿਰਤੀ ਤੋਂ ਬਾਹਰ ਨਿਕਲੇ ਕਿ ਕੋਈ ਸੁਣਦਾ ਹੀ ਨਹੀਂ, ਅਸੀਂ ਕੀ ਕਰ ਸਕਦੇ ਹਾਂ। ਅਸੀਂ ਹੀ ਸਭ ਕੁਝ ਕਰ ਸਕਦੇ ਹਾਂ। ਕਿਵੇਂ? ਆਓ ਨਿਧੜਕ ਖਾਲਸਾ ਬਣ ਕੇ ਆਪਣੇ ਆਪ ਨੂੰ ਧੜਿਆਂ ਦੀ ਗੁਲਾਮੀ, ਸ਼ਖਸੀ ਲੀਡਰਾਂ ਦੀ ਗੁਲਾਮੀ, ਨਿੱਜ ਸਵਾਰਥਾਂ ਦੀ ਗੁਲਾਮੀ, ਸੰਤਾਂ ਸਾਧਾਂ ਅਤੇ ਡੇਰਿਆਂ ਦੀ ਗੁਲਾਮੀ, ਮਨਮਤ ਦੀ ਗੁਲਾਮੀ, ਸ਼ੰਕੇ ਪ੍ਰਗਟ ਕਰਨ ਅਤੇ ਕਿੰਤੂ ਪ੍ਰਗਟ ਕਰਨ ਦੀ ਗੁਲਾਮੀ, ਸਿਰਫ ਸਵਾਲ ਖੜੇ ਕਰਨ ਤੇ ਹੱਲ ਕੋਈ ਨਾ ਲੱਭਣ ਦੀ ਮਾਨਸਿਕ ਸੋਚ ਤੋਂ ਮੁਕਤ ਕਰਕੇ ਪੰਥ ਖਾਲਸੇ ਦੀ ਗੁਰਤਾ ਹੰਢਾਉਣ ਦੀ ਸੁਤੰਤਰਤਾ ਨਾਲ ਆਪਣੇ ਖੁਦ ਨੂੰ, ਆਪਣੇ ਟੱਬਰ ਨੂੰ ਅਤੇ ਬਾਕੀ ਸਮਾਜ ਨੂੰ ਜੋੜੀਏ। ਇਹ ਸਿੱਖਾਂ ਦੀ ਉਸ ਮਾਨਸਿਕ ਸਥਿਤੀ ਤੇ ਨਿਰਭਰ ਕਰੇਗਾ ਕਿ ਉਹ ਬਿਮਾਰ ਗੁਲਾਮ ਮਾਨਸਿਕਤਾ ਤੋਂ ਸੁਤੰਤਰ ਹੋ ਕੇ ਗੁਰਮਤ ਨੂੰ ਅਪਣਾਉਣਾ ਵਿਹਾਰਕ ਤੌਰ ਤੇ ਚਾਹੁੰਦੇ ਹਨ ਜਾਂ ਨਹੀਂ। ਇਹ ਹੁਣ ਹਰ ਇੱਕ ਸਧਾਰਨ ਸਿੱਖ ਦੇ ਆਪਣੇ ਘਰ ਦੇ ਵਿਹੜੇ ਦੀ ਜੰਗ ਹੈ। ਨਿਰਣਾਇਕ ਵੀ ਸਿੱਖ ਖੁਦ ਆਪ ਹੈ। ਸਿੱਖਾਂ ਨੂੰ ਆਪਣੇ ਅੰਦਰ ਖੁਦੀ ਵਿੱਚ ਆਪਣੇ ਘਰੇ ਬੈਠ ਕੇ ਗੁਰੂ ਨਾਨਕ ਦੀ
ਖਾਲਿਸਤਾਈ ਸਿਧਾਂਤ ਦੇ ਪ੍ਰਣਾਲੀ ਵਾਲੇ ਖਾਲਿਸਤਾਨੀ ਸੱਭਿਅਤਾ ਵਿਵਸਥਾ ਤੇ ਰਾਜ ਦੀ ਸਰਕਾਰ ਹਿੱਤ ਨਿਰਣਾ ਲੈਣਾ ਹੀ ਪੈਣਾ ਹੈ। ਫੈਸਲਾ ਇਹ ਹੈ ਕਿ ਸਿੱਖ ਨੇ ਉਸ ਨੂੰ ਵਿਰਸੇ ਵਿੱਚ ਮਿਲੀ ਸਰਦਾਰੀ ਵਾਲੀ ਦਸਤਾਰ ਅਤੇ ਦਿੱਖ ਦਾ ਮਹਾਨਾਇਕ ਬਣਨਾ ਹੈ ਜਾਂ ਫਿਰ ਘੌਣ ਮੌਨ ਗੁਲਾਮ ਮਾਨਸਿਕਤਾ ਦਾ ਖਲਨਾਇਕ। ਫੈਸਲਾ ਸਿੱਖੋ ਤੁਹਾਨੂੰ ਖੁਦ ਆਪਣੇ ਅੰਦਰ ਖੁਦੀ ਵਿੱਚ ਕਰਨਾ ਪੈਣਾ ਹੈ। ਪੰਥ ਤੁਹਾਨੂੰ ਸਾਰਿਆਂ ਨੂੰ ਪੰਥ ਦੀ ਗੁਰਿਆਈ ਦੀ ਗੁਰਤਾ ਗੱਦੀ ਤੇ ਬਿਰਾਜਮਾਨ ਕਰ ਅਕਾਲ ਦੇ ਹੁਕਮ ਦੇ ਵਰਤਾਰੇ ਲਈ ਸੱਤਾ ਦੇ ਖਾਲਿਸਤਾਨੀ ਸਰੋਤ ਹਿੱਤ ਲਲਕਾਰਦਾ ਹੈ, ਕਿਉਂਕਿ ਗੁਰੂ ਪਾਤਸ਼ਾਹ ਜੀ ਨੇ ਸਿੱਖ ਨੂੰ ਇਸ ਦਾ ਸਮਰੱਥ ਬਣਾਇਆ ਹੈ। ਸਿਰਫ ਇਹੋ ਇੱਕੋ ਇੱਕ ਨਿਸ਼ਾਨਾ ਹੈ ਕਿ ਪੰਥ ਖਾਲਸਾ ਖੁਦ ਆਪਣੀ ਗੁਰਿਆਈ ਦੀ ਗੁਰਤਾ ਗੱਦੀ ਨੂੰ ਸੰਭਾਲਣ ਵਾਸਤੇ ਖੰਡੇ ਹੱਥ ਵਿੱਚ ਲੈ ਕੇ ਜੁਗਤ ਨੂੰ ਹੰਢਾਉਣ ਹਿੱਤ ਰਣਜੀਤ ਨਗਾਰੇ ਦੀ ਗੜਗੱਜ ਚਾਲ ਤੁਰ ਪਏ। ਆਪਣੀ ਜੁਗਤ ਨੂੰ ਮੁੜ ਵਾਪਸ ਲਵੇ ਅਤੇ ਸਰੀਰ ਰੂਪ ਵਿੱਚ ਜਿਉਂਦਾ ਹੋ ਕੇ ਪੰਥ ਗੁਰੂ ਦੇ ਹੁਕਮ ਦਾ ਵਰਤਾਰਾ ਸ਼੍ਰੀ ਗ੍ਰੰਥ ਗੁਰੂ ਦੇ ਸਿਧਾਂਤ ਨਮਿਤ ਕਰਾਉਣ ਦੀ ਜ਼ਿੰਮੇਵਾਰੀ ਵਿਹਾਰਕ ਰੂਪ ਵਿੱਚ ਅਦਾ ਕਰੇ। ਜਿਨ੍ਹਾਂ ਵਿੱਚ ਅਕਾਲ ਦੀ ਨਸਲ ਦਾ ਗੁਰਮੁਖੀ ਭਾਸ਼ਾ ਤੇ ਲਿਪੀ ਵਿੱਚ ਗੁਰਮਤ ਸੱਭਿਅਤਾ ਦਾ ਕਣ ਅਣਖ ਮਾਰਦਾ ਹੈ, ਉਹ ਪੰਥ ਨੂੰ ਤਖਤ ਤੇ ਬਿਰਾਜਮਾਨ ਕਰਾਉਣ ਅਤੇ ਸਰੀਰ ਰੂਪ ਵਿੱਚ ਗੁਰਤਾ ਗੱਦੀ ਦੇ ਹੁਕਮ ਦੇ ਵਰਤਾਰੇ ਨੂੰ ਲਾਗੂ ਕਰਵਾਉਣ ਹਿੱਤ ਆਪੋ ਆਪਣੇ ਪਿੰਡ ਜਾਂ ਖੇਤਰ ਵਿੱਚ ਧੜੇਬਾਜ਼ੀ ਨੂੰ ਛੱਡ ਕੇ ਮੋਹਰੀ ਭੂਮਿਕਾ ਅਦਾ ਕਰਨਾ ਸ਼ੁਰੂ ਕਰਨ। ਇੰਜ ਕੀਤੇ ਬਿਨਾਂ ਸਿੱਖ ਆਪਣੀ ਆਤਮਾ ਜ਼ਮੀਰ ਤੋਂ ਸਿੱਖ ਨਹੀਂ ਬਣ ਸਕਦਾ। ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖ ਆਤਮਕ ਧੁਰ ਅੰਦਰ ਜ਼ਮੀਰ ਵਿੱਚ ਤਾਂ ਹੀ ਗੁਰੂ ਧਾਰ ਪਾਏਗਾ ਤੇ ਗੁਰੂ ਹੁਕਮ ਅਨੁਸਾਰ ਆਪਣਾ ਕਿਰਦਾਰ ਆਚਰਣ ਢਾਲ ਸਕੇਗਾ, ਜੇਕਰ ਉਹ ਆਪਣੇ ਅੰਦਰ ਗੁਰਮਤ ਦਾ ਆਸਨ ਲਵਾਏਗਾ। ਇਸੇ ਨੂੰ ਹੀ ਕਹਿੰਦੇ ਹਨ ਆਪਣੀ ਜੋਤ ਜ਼ਮੀਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਧਾਰਨਾ। ਸੋ ਅੱਜ ਅਸੀਂ ਇਹ ਭਾਗ ਪੰਨਾ ਨੰਬਰ 287 ਤੱਕ ਹੀ ਪੜ੍ਹਾਂਗੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।